ਮਾਈਕ ਤੋਂ ਜੀ ਮਸੀਹ ਵਿੱਚ ਜੋ ਲਾਈਵ ਮੈਨੂੰ ਸੁਣਦੇ ਆ ਉਹਨੂੰ ਮੈਂ ਜੈਮਸੀ ਕੀ ਆਖਦਾ। those people who are listening to me in name of Jesus, I say praise the Lord to them. ਔਰ ਮੈਂ ਤੁਹਾਨੂੰ ਇੱਕ ਔਰ ਗੱਲ ਦੱਸਣਾ ਚਾਹੁੰਦਾ ਜਿਹੜਾ ਅਸੀਂ ਅੱਜ ਅਨੁਵਾਦ ਕਰ ਰਹੇ ਹਾਂ ਇਹਦੇ ਵਿੱਚ ਇੱਦਾਂ ਨਹੀਂ ਹੈ ਕਿ ਕੋਈ ਦਿਖਾਵਟੀਪਨ ਆ ਕੋਈ ਆਪਣੇ ਨੂੰ ਜ਼ਿਆਦਾ ਪ੍ਰਗਟ ਕਰਨ ਦੀ ਗੱਲ ਆ। And the translation that we are doing today, it's not just we just want to display people or we want to flaunt ourselves. ਇਹ ਇਸ ਕਰਕੇ ਅਸੀਂ ਅਨੁਵਾਦ ਕਰਾ ਰਹੇ ਹਾਂ ਜਿਹੜੇ ਮੈਨੂੰ ਲਾਈਵ ਸੁਣਦੇ ਜਾਂ YouTube ਤੋਂ ਸੁਣਨਗੇ। But we are doing it, those people who are listening to me online. ਇਸ ਕਰਕੇ ਅਸੀਂ ਇੰਗਲਿਸ਼ 'ਚ ਅਨੁਵਾਦ ਕਰ ਰਹੇ ਕਿ ਬਹੁਤ ਲੋਕ ਜਿਹੜੇ ਆ ਉਹ ਮੇਰੀ ਪੰਜਾਬੀ ਨੂੰ ਨਹੀਂ ਮਰਾਠੀ ਲੋਕ ਤਾਮਿਲ ਲੋਕ ਬਹੁਤ ਲੋਕਾਂ ਦੇ ਦਾ ਫੋਨ ਆਇਆ ਉਹ ਮੈਨੂੰ ਪੰਜਾਬੀ 'ਚ ਨਹੀਂ ਸਮਝ ਸਕਦੇ ਇਸ ਕਰਕੇ ਅਸੀਂ ਅਨੁਵਾਦ ਕਰ ਰਹੇ ਹਾਂ। But we are doing this translation because there are many who are Tamilians or who speak Marathi. They can't understand my Punjabi, so that's why we are translating it today. ਬਹੁਤ ਲੋਕਾਂ ਦੇ ਫੋਨ ਆਉਂਦੇ ਹਨ ਮੈਨੂੰ ਛੱਤੀਸਗੜ੍ਹ ਤੋਂ ਔਰ ਕਈ ਦੇਸ਼ਾਂ ਤੋਂ ਉਹ ਜਿਹੜੇ ਨਹੀਂ ਸਮਝ ਸਕਦੇ ਅਤੇ ਮੈਨੂੰ ਵੀ ਇੰਗਲਿਸ਼ ਨਹੀਂ ਆਉਂਦੀ ਉਹ ਮੈਨੂੰ ਸਰ ਇੰਨਾ ਪੁੱਛਦੇ ਯੂ ਅੰਡਰਸਟੈਂਡ ਇੰਗਲਿਸ਼ ਮੈਂ ਕਿਹਾ ਆਈ ਨੋ ਇੰਨੀ ਗੱਲ 'ਤੇ ਫਿਰ ਗੱਲ ਖਤਮ ਹੋ ਜਾਂਦੀ ਹੈ। We receive many calls like people from Chhattisgarh and people out of India. When they ask me, do you speak English? I say no and our conversation ends there. ਇਸ ਕਰਕੇ ਸਾਨੂੰ ਅੱਜ ਅਨੁਵਾਦ ਕਰਨਾ ਪੈ ਰਿਹਾ ਹੈ। Therefore, we have to do this translation today. ਇਸ ਕਰਕੇ ਮੇਰੇ ਭੈਣ ਭਰਾਓ ਜਿਸ ਮੈਂ ਪ੍ਰੀਚ ਨੂੰ ਪ੍ਰਚਾਰ ਕਰਨਾ ਹੈ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ। And first of all, the message that I'm going to share, for that I just want to thank God. ਇਸ ਕਰਕੇ ਜਿਹੜਾ ਮੈਂ ਪ੍ਰਚਾਰ ਕਰਨਾ ਉਹਨੂੰ ਬੜੇ ਧਿਆਨ ਨਾਲ ਸੁਣੀਏ। Therefore, the message that I'm going to share, please listen to it carefully. ਜਿਹੜੀ ਬਾਬਾ ਦੇ ਬਾਰੇ ਮੈਂ ਜਿਹੜੀ ਬਾਬਾ ਆਈ ਉਹਦੇ ਮੈਂ ਥੋੜ੍ਹਾ ਤੁਹਾਨੂੰ ਟੱਚ ਕਰਾਊਂਗਾ ਕਿ ਕਿੰਨੇ ਲੋਕਾਂ ਨੇ ਪ੍ਰੇਅਰ ਕੀਤੀ ਕਿੰਨੇ ਲੋਕਾਂ ਨੇ ਦੁਆ ਕੀਤੀ ਸੇਵਕਾਂ ਨੇ ਵੀ ਦੁਆ ਕੀਤੀ ਮੈਂ ਵੀ ਵਿੱਚ ਹੀ ਹਾਂ ਮੈਂ ਵੱਖਰਾ ਨਹੀਂ ਕਿ ਮੈਂ ਆਪਣਾ ਨੂੰ ਜ਼ਿਆਦਾ ਨਹੀਂ ਕਹਿ ਰਿਹਾ ਕਿ ਮੈਂ ਪੋਤਰਤਾ ਦਾ ਜੀਵਨ ਜੀ ਰਿਹਾ ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਾਬਾ ਟਲੀ ਨਹੀਂ ਇੰਨੀ ਦੁਆ ਤੋਂ ਬਾਅਦ ਵੀ। The pandemic that has hit, it hasn't gone yet despite our heartfelt prayers, our earnest prayers. ਉਹਦਾ ਕਾਰਨ ਅੱਜ ਮੈਂ ਦੱਸਣਾ ਚਾਹੁੰਦਾ ਬਾਬਾ ਟਲੀ ਚਾਹੀਦੀ ਦੁਆ ਦੇ ਨਾਲ ਪਰ ਬਾਬਾ ਟਲੀ ਨਹੀਂ ਉਹਦਾ ਅੱਜ ਕਾਰਨ ਦੱਸੂਗਾ ਕੀ ਹੈ ਮੈਂ। See, this pandemic should have gone by now, but then despite our prayers, it hasn't gone. For that, there is a reason, and I just want to share that reason with you today. ਹਾਂ ਆਈਏ ਅਸੀਂ ਬਾਈਬਲ ਨੂੰ ਖੋਲਾਂਗੇ। Let's open our Bible. ਔਰ ਦੇਖਾਂਗੇ ਉਸ ਆਇਤ ਨੂੰ ਕਿ ਜਿੱਥੇ ਬਾਬਾ ਰੁਕ ਗਈ ਹੱਥ ਪ੍ਰੇਅਰ ਕਰਨ ਵਾਲਾ ਨਾ ਬਾਬਾ ਰੁਕ ਗਈ ਔਰ ਕਿਸ ਵੇਲੇ ਬਾਬਾ ਨਹੀਂ ਰੁਕੀ ਉਹਦਾ ਕਾਰਨ ਕੀ ਬਾਬਾ ਰੁਕਦੀ ਕਿਉਂ ਨਹੀਂ ਪਈ। ਰੱਬ ਦੇ ਦਾਸ ਕਲੀਸਿਆਵਾਂ ਸਭ ਪ੍ਰਾਰਥਨਾ ਕਰ ਰਹੀਆਂ ਲੇਕਿਨ ਫਿਰ ਵੀ ਬਾਬਾ ਰੁਕੀ ਨਹੀਂ ਫਿਰ ਵੀ ਬਾਬਾ ਵੱਧਦੀ ਜਾ ਰਹੀ ਹੈ। And we are seeing that the churches are praying, spiritual leaders are praying, pastors are praying, but still it hasn't stopped yet, and we'll see that why it hasn't stopped. ਹੁਣ ਅਸੀਂ ਬਾਈਬਲ ਦੀ ਆਇਤ ਨੂੰ ਦੇਖਾਂਗੇ ਤਿਮੋਥਿਉਸ ਦਾ ਖਤ ਪਹਿਲਾ ਤਿਮੋਥਿਉਸ We'll open ਔਰ ਇਸ ਲਾਈਨ 'ਤੇ ਮੈਂ ਤੁਹਾਨੂੰ ਅੱਜ ਲੈ ਚੱਲੂੰਗਾ ਔਰ ਤੁਸੀਂ ਇਹਨੂੰ ਬਹੁਤ ਧਿਆਨ ਦੇਣਾ ਕਿ ਪਰਮੇਸ਼ਰ ਵਚਨ ਕੀ ਕਹਿੰਦਾ ਹੈ। And we'll open our Bible on 1 Timothy. And you have to look it carefully. ਦੋ ਚੈਪਟਰ 1 Timothy chapter 2. ਉਹਦੀ 8 ਆਇਤ Chapter 2 verse 8. ਉਹਨੂੰ ਪੜ੍ਹੀਏ ਵੀ। ਉਪਰੰਤ ਮੈਂ ਚਾਹੁੰਦਾ ਹਾਂ ਪਈ ਪੁਰਖ ਸਭਨੀ ਥਾਈਂ ਕ੍ਰੋਧ ਅਤੇ ਵਿਵਾਦ ਤੋਂ ਬਿਨਾਂ ਪਵਿੱਤਰ ਹੱਥ ਅੱਡ ਕੇ ਪ੍ਰਾਰਥਨਾ ਕਰਨ। Verse 8, it says like this, therefore I want the men everywhere to pray, lifting up holy hands without anger or disputing. ਇਹ ਬਾਈਬਲ ਦੀ ਗੱਲ ਆ ਜਿਹੜੀ ਪੌਲਸ ਰਸੂਲ ਨੇ ਤਿਮੋਥਿਉਸ ਦੀ ਪੱਤਰੀ 'ਚ ਇਹ ਗੱਲ ਸਿਖਾਉਣ ਲਈ ਕਹੀ ਕਿ ਇਨਸਾਨ ਜਿਹੜਾ ਹੈ ਪਵਿੱਤਰ ਹੱਥ ਚੱਕ ਕੇ ਖੁਦਾ ਦੀ ਪ੍ਰਤਿਸ਼ ਕਰੇ ਪਵਿੱਤਰ ਹੱਥ ਚੱਕ ਕੇ। And this is what Apostle Paul said here in the book of Timothy, that men should lift up their holy hands and pray. Yes. ਹੁਣ ਅਸੀਂ ਇਸ ਵਚਨ ਵੱਲ ਜਾ ਰਹੇ ਹਾਂ ਕਮੀ ਕਿੱਥੇ ਆ ਇੰਨੀ ਪ੍ਰੇਅਰ ਪੂਰੀ ਦੁਨੀਆ 'ਚ ਇੰਨੀ ਪ੍ਰਾਰਥਨਾ ਹੋ ਰਹੀ ਹੈ ਲੇਕਿਨ ਬਾਬਾ ਫਿਰ ਵੀ ਖੜੀ ਹੈ। We are seeing that the whole world is praying, but still this pandemic is existing. ਹੁਣ ਇਹਦੇ ਕਾਰਨ ਦਿਖਾਊਂਗਾ ਮੈਂ ਇਹਦੇ ਕਾਰਨ ਦੱਸੂੰਗਾ ਕਿ ਵਿਸ਼ਵਾਸੀਓ ਤੁਹਾਨੂੰ ਵੀ ਔਰ ਪਾਸਵਾਨਾਂ ਨੂੰ ਮੈਂ
ਤੁਹਾਡੇ ਨਾਲ ਆ, ਮੇਰੇ 'ਚ ਵੀ ਕਮੀ ਆ। ਇੱਦਾਂ ਨਹੀਂ ਕਿ ਮੈਂ ਤੁਹਾਨੂੰ ਉੱਪਰ ਹੋ ਗਿਆ, ਮੈਂ ਇਸ ਵਚਨ ਬੋਲ ਰਿਹਾ, ਇਹ ਸਾਡੀ ਸਭ ਦੀ ਕਮਜ਼ੋਰੀ ਹੈ। And I would like to tell you all now why is this so. And it's not that I am excluded out of it. If I'm talking to pastors, I myself include, because there are shortcomings in me too. ਹਾਂ, ਹੁਣ ਅਸੀਂ ਬਾਈਬਲ ਦੀ ਉਸ ਲਾਈਨਾਂ ਵੱਲ ਚੱਲਾਂਗੇ ਜਿਹੜੀਆਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ। ਪ੍ਰਾਰਥਨਾ ਕਿਉਂ ਨਹੀਂ ਸੁਣੀ ਗਈ? Now, ਯਸ਼ਾਇਆ ਨਬੀ ਦੀ ਪੁਸਤਕ now I would like to take you to the book of Isaiah, why despite prayers it didn't stop. The book of Isaiah. ਯਸ਼ਾਇਆ 59 59 ਅਧਿਆਇ ਸ਼ਾਇਦ। Book of Isaiah chapter 59. ਉਹਦੀਆਂ ਪਹਿਲੀਆਂ ਆਇਤਾਂ ਤੋਂ ਅਸੀਂ ਦੇਖਾਂਗੇ ਕੀ ਲਿਖਿਆ, ਖੁਦਾ ਦਾ ਕਲਾਮ ਕੀ ਕਹਿੰਦਾ ਹੈ। ਕਿਉਂ ਨਹੀਂ ਜਿਹੜੀ ਪ੍ਰਾਰਥਨਾ ਸਾਡੀ ਇੰਨੀ ਪ੍ਰਭਾਵਸ਼ਾਲੀ ਹੋ ਰਹੀ, ਕਾਰਨ ਕੀ ਹੈ? ਇਹ ਸਿਰਫ ਅੱਜ ਹੱਥਾਂ ਉੱਤੇ, ਸਾਡੀ ਜ਼ੁਬਾਨ ਉੱਤੇ, ਸਾਡੀਆਂ ਅੱਖਾਂ ਉੱਤੇ ਜਿਹੜੇ ਸਾਡੇ ਪਾਰਟਸ ਆ ਉਹ ਗੰਦੇ ਹੋਣ ਦੀ ਵਜ੍ਹਾ ਨਾਲ ਪ੍ਰਾਰਥਨਾ ਰੁਕ ਗਈ ਹੈ। And now from the book of Isaiah chapter 59, from first we'll start reading, and then we'll see that even despite praying, because of the sin in our lives, how our prayers are hindered. ਪੜ੍ਹੀਏ ਪੰਜਾਬੀ 'ਚ। ਵੇਖ ਯਹੋਵਾ ਦਾ ਹੱਥ ਛੋਟਾ ਨਹੀਂ, ਵੇਖ ਪਰਮੇਸ਼ਰ ਦਾ ਹੱਥ ਛੋਟਾ ਨਹੀਂ, ਪਈ ਉਹ ਬਚਾਵੇ ਨਾ, ਉਹ ਨਾ ਬਚਾਵੇ। ਉਹਦੇ ਕੰਨ ਭਾਰੀ ਨਹੀਂ, ਉਹਦੇ ਕੰਨ ਵੀ ਭਾਰੀ ਨਹੀਂ ਪਈ ਉਹ ਸੁਣੇ ਨਾ, ਕਿ ਉਹ ਨਾ ਸੁਣੇ। ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ਵਰ ਵਿੱਚ ਜੁਦਾਈ ਪਾ ਦਿੱਤੀ ਹੈ। ਇਸ ਕਰਕੇ ਬਾਬਾ ਖੜੀ ਪ੍ਰੇਰ ਨਹੀਂ ਆ, ਪ੍ਰੇਰ ਬਹੁਤ ਆ ਪਰ ਉੱਤਰ ਨਹੀਂ ਆ, ਉਹਦੇ ਵਿੱਚ ਪਾਪ ਆ ਗਿਆ। ਇਨਸਾਨ ਦੇ ਚਾਹੇ ਦਾਸ ਹੋਵੇ ਖੁਦਾ ਦਾ, ਚਾਹੇ ਉਹ ਵਿਸ਼ਵਾਸੀ ਹੋਵੇ, ਪ੍ਰਾਰਥਨਾ ਦਾ ਉੱਤਰ ਇਸ ਕਰਕੇ ਨਹੀਂ ਆ ਰਿਹਾ, ਤੁਹਾਡੇ ਵਿੱਚ ਔਰ ਮੇਰੇ ਵਿੱਚ ਪਾਪ ਦੇ ਕਰਕੇ ਜੁਦਾਈ ਆ ਗਈ। ਠੀਕ ਹੈ, ਬੜੀ ਦਾ। And now I'll read in English. In the first verse of chapter 59, it says, "Surely the arm of the Lord is not too short to save, nor his ear too dull to hear." Verse 2, "But your iniquities have separated you from your God. Your sins have hidden his face from you, so that he will not hear." And we see it is because not of the prayers, but our prayers are not answered and not effective because of the sin that is lingering in our lives. ਬਸ ਇੱਥੇ ਆ ਗੱਲ ਕਿ ਜਿਹੜੀ ਪ੍ਰਾਰਥਨਾ ਜਿਹੜੀ ਆ ਇਮਾਨਦਾਰੋ ਰੁਕ ਗਈ ਹੈ ਤੇ ਬਾਬਾ ਵੀ ਖੜੀ ਹੈ। Now this is the reason why this situation is still existing and our prayers are hindered. ਔਰ ਅਗਲੀ ਲਾਈਨ ਵੀ ਪੜਾਂਗੇ। ਅਤੇ ਤੁਹਾਡੇ ਪਾਪਾਂ ਨੇ ਉਹਦਾ ਮੂੰਹ ਤੁਹਾਡੇ ਤੋਂ ਲੁਕਾ ਦਿੱਤਾ, ਪਈ ਉਹ ਨਾ ਸੁਣੇ। ਇਦਾਂ ਲਿਖਿਆ, ਸ਼ਾਇਦ ਭਵਿਸ਼ਕਤਾ ਨੇ ਇਦਾਂ ਭਵਿਸ਼ਵਾਣੀ ਕੀਤੀ ਇਮਾਨਦਾਰਾਂ ਦੇ ਉੱਤੇ ਕਿ ਤੁਹਾਡੇ ਪਾਪਾਂ ਦੇ ਕਾਰਨ ਪਰਮੇਸ਼ਰ ਨੇ ਆਪਣਾ ਮੂੰਹ ਤੁਹਾਡੇ ਤੋਂ ਪਰੇ ਕਰ ਲਿਆ। And that's how the prophet Isaiah said about the spiritual leaders, that because of your iniquity, God has separated you. Your iniquities have separated you from your God. ਬਸ ਇਹ ਗੱਲ ਕਰਕੇ ਪਰਮੇਸ਼ਰ ਦੇ ਕੋਲੋਂ ਸਾਨੂੰ ਉੱਤਰ ਨਹੀਂ ਆ ਰਿਹਾ। ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ। Now because of this reason we are not getting the answers. I want to tell you something. ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਆ ਕਿ ਜਵਾਬ ਕਿਉਂ ਨਹੀਂ ਆਉਂਦੇ, ਜਵਾਬ ਕਿਉਂ ਨਹੀਂ ਆਉਂਦੇ। ਇੱਕ ਔਰ ਲਾਈਨ ਮੈਂ ਤੁਹਾਨੂੰ ਟੱਚ ਕਰਨਾ ਚਾਹੁੰਦਾ। ਪਹਿਲਾ ਇਤਿਹਾਸ। We'll open our book, our Bible, to First ਅੱਜ ਮੈਂ Chronicles. ਪਰਮੇਸ਼ਰ ਦੇ ਸੇਵਕਾਂ ਦੀਆਂ ਫੋਟੋਆਂ ਦਿਖਾ ਰਿਹਾ ਤੁਹਾਨੂੰ, ਸੰਤਾਂ ਦੀਆਂ ਵਿੱਚ ਮੈਂ ਵੀ ਹਾਂ, ਸੇਵਕਾਂ ਦੀਆਂ ਫੋਟੋ ਦਿਖਾ ਰਿਹਾ। ਪਹਿਲਾ ਇਤਿਹਾਸ 22 ਚੈਪਟਰ ਉਹਦੀ 8 ਅਧਿਆਇ ਕੀ ਲਿਖਿਆ ਹੈ? First Chronicles chapter 22 and verse 8 we'll see, and I'm not telling you about others, but I'm showing you, I'm included in those people when I'm talking and addressing other pastors. ਇਹਨੂੰ ਹੁਣ ਧਿਆਨ ਨਾਲ ਸੁਣਨਾ। ਇੱਥੇ ਇੱਕ ਲਾਈਨ ਕੀ ਲਿਖੀ, ਪੜ੍ਹੀਏ ਪੰਜਾਬੀ 'ਚ। ਪਰ ਯਹੋਵਾ ਦੀ ਬਾਣੀ ਮੇਰੇ ਮਨ ਵਿੱਚ ਇਸ ਪ੍ਰਕਾਰ ਆਈ, ਹਾਂ, ਪਈ ਤੂੰ ਤਾਂ ਐਡਾ ਲਹੂ ਵਹਾਇਆ ਹੈ। ਦਾਊਦ ਪਰਮੇਸ਼ਰ ਦਾ ਸੇਵਕ ਇਹ ਕਹਿ ਰਿਹਾ ਕਿ ਉਹਦੇ ਭਵਨ ਨੂੰ ਬਣਾਉਣ ਲਈ ਉਹਦਾ ਮਨ ਆ, ਉਹਦਾ ਭਵਨ ਬਣਾਉਣ ਲਈ ਉਹਦੇ ਅੰਦਰ ਜਗ੍ਹਾ ਹੈ ਕਿ ਮੈਂ ਪਰਮੇਸ਼ਰ ਦਾ ਭਵਨ ਬਣਾਉਂਗਾ। ਪੈਸੇ ਵੀ ਹਨ, ਇੱਜ਼ਤ ਵੀ ਹੈ, ਪਹੁੰਚ ਵੀ ਆ, ਸਾਰਾ ਕੁਛ ਆ, ਲੇਕਿਨ ਸਮਾਨ ਤੋਂ ਹੁਕਮ ਨਹੀਂ ਹੈ ਭਵਨ ਬਣਾਉਣ ਦਾ। Now the servant of God, David, despite having all the wealth, he has the desire, he doesn't lack anything, but still he doesn't have that commandment from God to build his temple.
ਉਹਦਾ ਕਾਰਨ ਕੀ ਆ? ਕਿਉਂਕਿ ਖੁਦਾਵੰਦ ਨੇ ਉੱਥੇ ਗੱਲ ਕਹੀ ਕਿ ਦਾਊਦ ਤੇਰੇ ਹੱਥ ਅੱਛੇ ਨਹੀਂ ਹਨ। ਲਿਖਿਆ ਨਾ ਪਵਿੱਤਰ ਹੱਥ ਚੱਕ ਕੇ ਪਰਮੇਸ਼ਰ ਕਰੋ। ਦਾਊਦ ਦੇ ਹੱਥਾਂ ਬਾਰੇ ਖੁਦਾ ਨੇ ਕਿਹਾ ਤੇਰੇ ਹੱਥ ਚੰਗੇ ਨਹੀਂ, ਤੇਰੇ ਹੱਥ ਅਸ਼ੁੱਧ ਨੇ। Now the verse 8 that says, "But this word of the Lord came to me, you have shed much blood and have fought many wars." Now what God was saying to David is, because your hands are blood stained. ਉਹ ਪੰਜਾਬੀ ਪੜ੍ਹ ਕੇ ਲਿਖਿਆ ਕੀ ਲਿਖਿਆ? ਭਈ ਤੂੰ ਤਾਂ ਐਡਾ ਲਹੂ ਵਹਾਇਆ ਹੈ ਦਾਊਦ ਨੂੰ ਕਿਹਾ ਖੁਦਾ ਨੇ ਤੂੰ ਇੰਨਾ ਲਹੂ ਬਹਾਇਆ, ਅਤੇ ਐਡੀਆਂ ਵੱਡੀਆਂ ਲੜਾਈਆਂ ਮਾਰੀਆਂ ਹਨ, ਇੰਨੀਆਂ ਲੜਾਈਆਂ ਲੜੀਆਂ ਹਨ, ਤੂੰ ਮੇਰੇ ਨਾਮ ਦੇ ਲਈ ਕੋਈ ਭਵਨ ਨਾ ਬਣਾਵੇਂਗਾ। ਤੂੰ ਮੇਰੇ ਨਾਮ ਦੇ ਲਈ ਕੋਈ ਭਵਨ ਨਹੀਂ ਬਣਾਏਗਾ। ਕਿਉਂ ਜੋ ਤੈਂ ਧਰਤੀ ਉੱਤੇ ਮੇਰੀ ਦ੍ਰਿਸ਼ਟ ਵਿੱਚ ਬੇਅੰਤ ਲਹੂ ਬਹਾਇਆ। ਵੇਖ ਤੇਰੇ ਘਰ ਇੱਕ ਪੁੱਤਰ ਜੰਮੇਗਾ ਜੋ ਸਮਤਾਂ ਵਾਲਾ ਹੋਵੇਗਾ, ਔਰ ਮੈਂ ਉਸ ਨੂੰ ਚੁਫੇਰਿਓਂ ਉਹਦੇ ਸਾਰੇ ਵੈਰੀਆਂ ਤੋਂ ਆਰਾਮ ਦਿਆਂਗਾ। ਦਾਊਦ ਨੂੰ ਖੁਦਾ ਨੇ ਕਿਹਾ ਤੂੰ ਨਹੀਂ ਬਣਾਏਗਾ, ਤੇਰੇ ਹੱਥ ਠੀਕ ਨਹੀਂ ਹਨ। Now God said to David, "You will not build it, your hands are blood stained." ਖੁਦਾ ਨੇ ਮਨਾ ਕੀਤਾ। ਮੈਂ ਤੁਹਾਨੂੰ ਇਸ ਗੱਲ ਤੇ ਸਿਖਾ ਰਿਹਾ ਕਿ ਆਪਣੇ ਪਵਿੱਤਰ ਹੱਥ ਚੱਕ ਕੇ ਖੁਦਾ ਦੀ ਕੀ ਕਰੋ? ਮਹਿਮਾ ਕਰੋ। Now I am teaching you is what that you have to raise your hands and then you have to praise God. ਤੀਸਰੀ ਆਇਤ ਜਿਹੜੀ ਮੈਂ ਤੀਸਰੀ ਆਇਤ ਬੋਲਦਾ ਉਹਦਾ ਧਿਆਨ ਦੀਏ। ਨਿਰਗਮਨ ਦੀ ਪੁਸਤਕ ਕੁਛ ਦੀ ਪੁਸਤਕ And the book of Exodus ਉਹਦਾ 9 ਅਧਿਆਇ and 9th chapter of book Exodus. ਇਸ ਜਗ੍ਹਾ ਤੇ ਇੱਕ ਵੱਡੀ ਬਾਬਾ ਆਈ ਆ। And we see here a greater plague has come. ਮੈਂ ਇਸ ਕਰਕੇ ਟੱਚ ਕਰਨਾ ਚਾਹੁੰਦਾ ਤੁਹਾਨੂੰ ਸਮਝ ਆ ਜਾਏ ਕਿ ਜੇ ਬਾਬਾ ਆਈ ਤੇ ਬਾਬਾ ਟਲਦੀ ਕਿਹਨਾਂ ਦੌਰਾਂ ਆ, ਕੌਣ ਲੋਕਾਂ ਨੂੰ ਟਾਲ ਸਕਦੇ ਉਸ ਬਾਬਾ ਨੂੰ? Now I'm just touching it because I want to tell you when any plague hits any nation, then who are the people who can really work to remove it. ਜਿਹੜੇ ਇਸ ਜਗ੍ਹਾ ਤੇ ਬਾਬਾ ਆਈ 9 ਚੈਪਟਰ ਵਿੱਚ ਮੂਸਾ ਦੀ ਅਵਸਥਾ ਦੇ ਮੁਤਾਬਕ, Now according to the law of Moses, when plague hit this nation, ਫਿਰ ਫਿਰੌਨ ਨੇ ਮੂਸਾ ਨੂੰ ਕੀ ਕਿਹਾ? ਕਿਉਂਕਿ ਫਿਰੌਨ ਮੂਸਾ ਨੂੰ ਜਾਣਦਾ ਸੀ ਇਹ ਪ੍ਰਭੂ ਦਾ ਜਾਨਾ, ਅਗਰ ਇਹ ਅਰਦਾਸ ਕਰੇਗਾ ਤੇ ਬਾਬਾ ਹਟ ਜਾਏਗੀ। ਅੱਜ ਮੈਂ ਵੀ ਕਰਨਾ, ਜੇ ਖੁਦਾ ਦੇ ਦਾਸ ਆਪਣੇ ਆਪ ਨੂੰ ਪਵਿੱਤਰ ਕਰਕੇ ਅਰਦਾਸ ਕਰਨਗੇ, ਪਵਿੱਤਰਤਾ ਦਾ ਜੀਵਨ ਜੀਵਨਗੇ ਤੇ ਕਰੋਨਾ ਇੰਡੀਆ ਚੋਂ ਨਿਕਲ ਜਾਏਗਾ। and now King Pharaoh, he knew that Moses is a servant of God, and if he prays, God can let that happen. And similar thing I say, because I know if we are the servant of God and if we remove all our iniquities and come in the presence of God and pray, God can heal our nation India. ਇਹ ਹੁਣ ਖਿਆਲ ਨਾਲ ਸੁਣੀਏ। Now listen to it carefully. 9 ਚੈਪਟਰ ਉਹਦੀ 22 ਤੋਂ ਥੋੜਾ ਮੈਂ ਤੁਹਾਨੂੰ ਟੱਚ ਕਰਨਾ ਚਾਹੁੰਦਾ। ਕਿਵੇਂ ਹੋਇਆ? ਨਿਰਗਮਨ ਕੁਛ ਦੀ ਪੁਸਤਕ ਉਹਦਾ 22 ਨੂੰ ਇਸ ਲਾਈਨ ਤੇ ਅਸੀਂ ਗੌਰ ਕਰਾਂਗੇ। ਮੈਂ ਸਿਰਫ ਤੁਹਾਨੂੰ ਹੱਥਾਂ ਬਾਰੇ ਬੋਲ ਰਿਹਾ ਹਾਂ। ਹੱਥ ਪਵਿੱਤਰ ਹੋਣੇ ਕਿੰਨੇ ਜ਼ਰੂਰੀ ਆ। ਜਿਨ੍ਹਾਂ ਹੱਥਾਂ ਨਾਲ ਅਸੀਂ ਵਰਸ਼ਿਪ ਕਰਦੇ ਹਾਂ, ਹੱਥ ਚੱਕ ਕੇ ਉਹ ਵਰਸ਼ਿਪ ਕਰਾਂਗੇ, ਪਰ ਵਰਸ਼ਿਪ ਤਾਂ ਹੱਥ ਨਾਲ ਹੈਗੀ ਆ, ਪਰ ਉਤਪਤੀ ਨਹੀਂ ਆ, ਕਿਉਂਕਿ ਹੱਥ ਠੀਕ ਨਹੀਂ ਆ। Now I just want to tell you, see, we raise the hands, but the hands that we raise, they are not holy. ਪੜ੍ਹੀਏ ਕੀ ਲਿਖਿਆ 22 9 ਚੈਪਟਰ ਉਹਦੀ 22 ਨਿਰਗਮਨ ਕੁਛ। ਤਾਂ ਯਹੋਵਾ ਨੇ ਮੂਸਾ ਨੂੰ ਆਖਿਆ, ਹਾਂ, ਆਪਣਾ ਹੱਥ ਆਕਾਸ਼ ਵੱਲ ਵਧਾ। ਇਹਦਾ ਮਤਲਬ ਇਹ ਬੇਸ਼ੱਕ ਦੀ ਸਖਤ ਆਦਮੀ ਆ, ਲੇਕਿਨ ਇਹ ਜਾਣਦਾ ਕਿ ਅਗਰ ਪਰਮੇਸ਼ਰ ਦਾ ਦਾਸ ਆਕਾਸ਼ ਵੱਲ ਹੱਥ ਚੱਕੇਗਾ ਤੇ ਬਾਬਾ ਮੇਰੇ ਸ਼ਹਿਰ ਤੋਂ ਹਟ ਜਾਵੇਗੀ। Now King Pharaoh, who knew that he is a servant of God, and if Moses prays, that this plague will go away from my nation. अन्य जाति ਦੇ ਲੋਕ ਜਾਣਦੇ ਕਿ ਪ੍ਰਭੂ ਦੇ ਦਾਸ ਦੁਆ ਕਰਨਗੇ ਤੇ ਹਟ ਜਾਏਗੀ। See, unbelievers know that if children of God pray, that this can go away. ਅੱਗੇ ਕੀ ਲਿਖਿਆ ਪੜ੍ਹੀਏ। ਤਾਂ ਜੋ ਸਾਰੇ ਮਿਸਰ ਦੇਸ਼ ਵਿੱਚ ਆਦਮੀ ਉੱਤੇ, ਡੰਗਰ ਉੱਤੇ ਔਰ ਖੇਤ ਦੀ ਸਾਰੀ ਸਾਗਪਤ ਉੱਤੇ ਮਿਸਰ ਦੇਸ਼ ਵਿੱਚ ਗੜੇ ਪੈਣ। ਹਾਂ, ਮੂਸਾ ਨੇ ਆਪਣੀਆਂ ਟਾਂਗਾ ਆਕਾਸ਼ ਵੱਲ ਲੰਮਾ ਕੀਤਾ, ਤਾਂ ਯਹੋਵਾ ਨੇ ਗਰਜ ਅਤੇ ਗੜੇ ਕੱਲੇ ਔਰ ਅੱਗ ਧਰਤੀ ਵੱਲ ਚੱਲੀ ਆਉਂਦੀ ਸੀ। ਇਹ ਸਿਰਫ ਫਿਰੌਨ ਨੂੰ ਸਿਖਾਉਣ ਕਰਕੇ ਸੀ, ਕਿਉਂਕਿ ਉਹਦੇ ਲੋਕਾਂ ਦੇ ਉੱਤੇ ਉਹ ਮੁਸ਼ਕਲ ਖੜੀ ਕਰ ਰਿਹਾ ਸੀ। ਖੁਦਾ ਇਸ ਕਰਕੇ ਉਹ ਬਾਬਾ ਕੱਲਦਾ ਸੀ ਤਾਂ ਕਿ ਉਹਦਾ ਮਨ ਨਮਰ ਹੋ ਜਾਏ ਤੇ ਮੇਰੇ ਲੋਕਾਂ ਨੂੰ ਜਾਣ ਦੇਵੇ। Now all those things that we just read, it was to teach a lesson to King Pharaoh, because so that when Moses used to pray, it can humble King Pharaoh, so that the nation can be healed.
ਅੱਗੇ ਦੇਖੀ ਕੀ ਲਿਖਿਆ, ਪੜ੍ਹੀਏ ਚੈਪਟਰ ਨੂੰ। ਸੋ ਗੜੇ ਸਨ ਤੇ ਗੜਿਆਂ ਵਿੱਚ ਅੱਗ ਰਲੀ ਹੋਈ ਸੀ। ਇਹ ਇੰਨੀ ਡਾਢੀ ਸੀ ਕਿ ਮਿਸਰ ਦੇ ਸਾਰੇ ਦੇਸ਼ ਵਿੱਚ ਉਹਦੇ ਕੌਮ ਬਣਨ ਤੋਂ ਲੈ ਕੇ ਹੋਈ ਹੀ ਨਹੀਂ ਸੀ। ਅਤੇ ਗੜਿਆਂ ਨੇ ਸਾਰੇ ਮਿਸਰ ਦੇਸ਼ ਵਿੱਚ ਸਭ ਕੁਝ ਜੋ ਜੂ ਵਿੱਚ ਸੀ, ਕੀ ਆਦਮੀ ਕੀ ਡੰਗਰ ਮਾਰਿਆ। ਨਾਲੇ ਗੜਿਆਂ ਨੇ ਖੇਤ ਦਾ ਸਭੋ ਸਾਗਪਤ ਮਾਰ ਦਿੱਤਾ ਹਾਂ। ਅਤੇ ਖੇਤ ਦੇ ਸਾਰੇ ਬਿਰਸ਼ ਭੰਨ ਸੁੱਟੇ। ਔਰ ਕੇਵਲ ਗੋਸ਼ਨ ਦੀ ਧਰਤੀ ਵਿੱਚ ਜਿੱਥੇ ਇਸਰਾਈਲੀ ਸਨ ਕੋਈ ਗੜਾ ਨਹੀਂ ਸੀ। ਦੇਖਿਆ, ਸੁਣੀਏ ਕਿੰਨਾ ਜ਼ਬਰਦਸਤ ਇਹ ਪਰਮੇਸ਼ਰ ਦਾ ਪਲਾਨ ਆ। ਜਿੱਥੇ ਮਿਸ਼ਰੀ ਰਹਿ ਰਹੇ ਉੱਥੇ ਪ੍ਰੋਬਲਮ ਆ, ਜਿੱਥੇ ਗੋਸ਼ਨ ਦੀ ਧਰਤੀ ਆ, ਜਿੱਥੇ ਇਸਰਾਇਲੀ ਰਹਿ ਰਹੇ ਆ, ਉਸ ਜਗ੍ਹਾ ਤੇ ਕੋਈ ਬਾਬਾ ਨਹੀਂ। ਮੈਂ ਵਿਸ਼ਵਾਸੀ ਲੋਕੋ ਤੁਹਾਨੂੰ ਈਮਾਨ ਨਾ ਕਰਨਾ, ਜੇ ਤੁਸੀਂ ਵਫਾਦਾਰੀ ਨਾਲ ਚੱਲੋਗੇ ਤੇ ਤਦੀ ਉਹ ਗੀਤ ਕੇ ਤੇਰੇ ਨੇ ਨਾ ਕਦੀ ਕੋਈ ਬਵਾਵੇਗੀ, ਰੂ ਦਾ ਪੈਰਾ ਦੇਖ ਕੇ ਉਹ ਤੁਰ ਜਾਵੇਗੀ। ਤੇਰੇ ਘਰ ਵਿੱਚ ਕਦੀ ਨਾ ਕੋਈ ਬਵਾਵੇਗੀ, ਰੂ ਦਾ ਪੈਰਾ ਤੇਰੇ ਘਰ ਚ ਦੇਖ ਕੇ ਉਹ ਤੁਰ ਜਾਵੇਗੀ। ਜਿਲੇ ਖੁਦਾ ਦੀ ਹਜ਼ੂਰੀ ਤੇਰੇ ਘਰ ਤੇ ਹੋਵੇਗੀ ਤੇ ਬਾਬਾ ਤੇਰੇ ਘਰ ਤੋਂ। ਲਿਖਿਆ ਗੋਸ਼ਨ ਦੇ ਅੰਦਰ ਜਿਹੜੀ ਜਗ੍ਹਾ ਜਿੱਥੇ ਬਾਈਬਲ 'ਚ ਲਿਖਿਆ ਯਕੂਬ ਨੂੰ ਆਪਣੇ ਬਾਪ ਨੂੰ ਉਹਨੇ 18 ਉਤਪਤੀ ਪੁੱਤੇ ਲਿਖਿਆ, ਗੋਸ਼ਨ ਦੀ ਜਗ੍ਹਾ ਸਭ ਤੋਂ ਅੱਛੀ ਜਗ੍ਹਾ ਸੀ, ਉੱਥੇ ਕੋਈ ਬਾਬਾ ਨਹੀਂ ਸੀ, ਬਾਕੀ ਸਭ ਗੜੇ ਨਾਲ ਲੋਕ ਮਰ ਰਹੇ ਸੀ। Now, when we read the verse 24, 25, and 26, we can see that the plague was only existing in the nation Egypt, whereas in the land of Goshen, where Israelites lived, there was no plague at all. ਇਹ ਹੈ ਖੁਦਾ ਦਾ ਕੰਮ, ਉਹ ਆਪਣੇ ਲੋਕਾਂ ਨੂੰ ਕਦੀ ਬਾਬਾ ਦੇ ਵਿੱਚ ਨਹੀਂ ਰਹਿਣ ਦੇਵੇਗਾ। This is the work of God, that God will never allow his people to live in plague. ਜੇ ਤੁਸੀਂ ਇਸ ਵਚਨ ਨੂੰ ਕਲੇਮ ਕਰਦੇ ਰਹੋਗੇ If you keep claiming these verses, ਕਿ ਤੇਰੇ ਲੋਕਾਂ ਤੇ ਕਦੀ ਬਾਬਾ ਨਹੀਂ ਆਏਗੀ, that there will be no plague on your people, ਪਰਮੇਸ਼ਰ ਦੀ ਅੱਖਾਂ ਤੇਰੇ ਘਰ ਉੱਤੇ, eyes of God will be on your ਤੇਰੇ house, ਪਰਿਵਾਰ ਉੱਤੇ on your family, ਲੱਗਿਆ ਰਹਿਣਗੀਆਂ। will always be fixed. ਤਦੀ ਖੁਦਾ ਦੇ ਕਲਾਮ 'ਚ ਲਿਖਿਆ, And that's why it is written in the word of ਪੌਲ God. ਸੁਸੂਲ ਕਹਿੰਦਾ, Apostle Paul says, ਅਸੀਂ ਕਿਰਪਾ ਤੋਂ ਬਚਾਏ ਗਏ ਹਾਂ। we are saved by grace. ਜੇ ਉਹਦੀ ਕਿਰਪਾ ਰਹੇਗੀ, If his grace ਮੌਤ continues, ਤੇਰੇ ਘਰ ਤੋਂ ਦੂਰ ਰਹੇਗੀ। if his grace continues, death will be away from your house. ਤਦੀ ਲਿਖਿਆ ਮਿਸਰ ਵਿੱਚ ਬਾਬਾ ਸੀ, And it says in Egypt there was plague, ਪਰ ਖੁਦਾ ਦੇ ਘਰ ਮਹਫੂਜ਼ ਸੀ। but in the house of God there was safety. ਮੇਰੇ ਭੈਣ ਭਰਾਓ, ਬਾਈਬਲ ਪੜ੍ਹੋਗੇ, ਬਾਈਬਲ ਨੂੰ ਕਲੇਮ ਕਰੋਗੇ, ਤੇਰਾ ਖੁਦਾ ਤੇਰੀ ਮਦਦ ਕਰੇਗਾ। My beloved brothers and sisters, if you read Bible, you claim the verses from Bible. ਕਿਉਂਕਿ ਯਸ਼ਾਇਆ ਦੀ ਪੁਸਤਕ ਲਿਖਿਆ, In the book of Isaiah it is written, ਜ਼ਬੂਰਾਂ 'ਚ ਲਿਖਿਆ, and in the books of Psalms, it's written, ਤੇਰਾ ਰਾਖਾ ਨਾ ਕਦੇ ਉਂਗਲਾਵੇ, ਤੇਰਾ ਰਾਖਾ ਨਾ ਕਦੇ ਉਂਗਲਾਵੇ, ਤੇਰੇ ਰੱਬ ਨੂੰ ਨੀਂਦਰ ਵੀ ਨਾ ਆਵੇ। ਇਸਰਾਈਲ ਦੀਆਂ ਰੱਖਦਾ ਉਹ ਤਾੜਾ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਇਹ ਜਿਹੜੀ ਗੱਲ ਆ ਬਾਈਬਲ ਦੀ, ਇਹ ਗੱਲ ਦਾਊਦ ਕਹਿੰਦਾ, ਮੈਂ ਕਿਹਨੂੰ ਪੁਕਾਰਾਂ। ਬਾਈਬਲ 'ਚ ਲਿਖਿਆ, ਤੂੰ ਪੁਕਾਰ ਤੇ ਮੈਂ ਤੈਨੂੰ ਉੱਤਰ ਦਊਂਗਾ। Now this is something that David says, and Bible says, if you call and I will answer your prayers. ਇਹ ਜਿਹੜੀ ਥੜੀ ਨਾਲ ਲਿਖੀ ਆ, ਇਹਦੀ ਨਿਰਗਮਨ ਦੀ ਪੁਸਤਕ, ਕੂਚ ਦੀ ਪੁਸਤਕ, ਮੂਸਾ ਦੇ ਅੱਗੇ ਰਿਕੁਐਸਟ ਕੀਤੀ ਫਰੌਨ ਨੇ ਕਿ ਪ੍ਰਾਰਥਨਾ ਕਰ, ਮੈਨੂੰ ਪਤਾ ਆ ਕਿ ਜਦੋਂ ਪ੍ਰਾਰਥਨਾ ਕਰੇਗਾ ਤੇ ਬਾਬਾ ਹਟ ਜਾਏਗੀ। And that's how King Pharaoh, he requested Moses that if you pray, I know ਕਿ that ਸੰਸਾਰ ਦੇ ਅਨਿ ਜਾਤੀ ਦੇ ਲੋਕ the unbelievers of these worlds, ਸਾਨੂੰ ਜਾਣਦੇ ਹਨ। do they know us? ਮੈਂ ਪਾਸਬਾਨਾਂ ਨੂੰ ਕਹਿ ਰਿਹਾ I'm asking the pastors ਕਿ ਉਹ ਤੁਹਾਨੂੰ ਆ ਕੇ ਰਿਕੁਐਸਟ ਕਰਨ, ਪਾਸਟਰ ਜੀ ਪ੍ਰਾਰਥਨਾ ਕਰੀਏ that they come and they request you, Pastor, ਤਾਕਿ pray, ਇਹ ਬਾਬਾ ਹਟ ਜਾਏ, so that this plague be removed. ਪਰ ਇਦਾਂ ਦਾ ਹੋ ਨਹੀਂ ਰਿਹਾ। But it's not happening. ਇਹ ਦੁੱਖ ਦੀ ਗੱਲ। This is very sorrowful. ਲੋਕਾਂ ਵਿੱਚ ਆਪਣੀ ਲਾਈਫ ਨੂੰ ਅੱਛਾ ਰੱਖੋ,
Keep your testimony good ਤਾਂ ਕਿ among, ਲੋਕ ਤੁਹਾਨੂੰ ਜਾਣਨ। so that people may know you. ਬਾਈਬਲ 'ਚ ਲਿਖਿਆ ਲੋਕ ਤੁਹਾਨੂੰ ਇਉਂ ਜਾਣਨ। And Bible says that ਕਰੰਥੀਆਂ 4 ਦੇ 'ਚ ਲਿਖਿਆ in Corinthians chapter 4 it says ਇਹ ਪਰਮੇਸ਼ਰ ਦੇ ਜਨ ਹਨ। that they know that you are the people of God. ਲੋਕੀ ਤੁਹਾਨੂੰ ਜਾਣਨ। People may know you, ਅਗਰ ਪਾਸਟਰ ਦੁਆ ਕਰੇਗਾ and that if the servant of God prays, ਇਹ ਬਾਬਾ ਹਟ ਜਾਏਗੀ। this plague will go away. ਇਹ ਗੱਲ ਫਰੌਨ ਨੂੰ ਪਤਾ ਹੈ। King Pharaoh knew this, ਪਰਮੇਸ਼ਰ ਦਾਸ ਪ੍ਰਾਰਥਨਾ ਕਰੇਗਾ that if the servant of God ਬਾਬਾ prays, ਹਟ ਜਾਏਗੀ। this plague will go away. ਅੱਗੇ ਦੇਖੀਏ ਕੀ ਲਿਖਿਆ ਹੈ, We'll see further what it says. ਪੜ੍ਹੀਏ। ਤਾਂ ਫਿਰੌਨ ਨੇ ਮੂਸਾ ਅਤੇ ਹਾਰੂਨ ਨੂੰ ਸੱਦ ਕੱਲਿਆ ਫਿਰੌਨ ਨੇ ਜੋ ਪਰਮੇਸ਼ਰ ਨੂੰ ਨਹੀਂ ਮੰਨਦਾ ਉਹਨੂੰ ਬੁਲਾ ਕੇ ਕਿਹਾ ਮੂਸਾ ਤੇ ਹਾਰੂਨ ਨੂੰ, ਔਰ ਉਹਨਾਂ ਨੂੰ ਆਖਿਆ ਉਹਨਾਂ ਨੂੰ ਆਖਿਆ ਮੈਂ ਐਤਕੀ ਦੀ ਵਾਰ ਪਾਪ ਕੀਤਾ, ਮੈਂ ਐਤਕੇ ਦੇ ਬਾਰ ਪਾਪ ਕੀਤਾ, ਯਹੋਵਾ ਸੱਤ ਹੈ, ਯਹੋਵਾ ਸੱਤ ਮੈਂ ਔਰ ਮੇਰੀ ਰਈਅਤ ਦੁਸ਼ਟ ਹਾਂ। ਤੁਸੀਂ ਆਪੀ ਯਹੋਵਾ ਦੇ ਆਪਣੀ ਮੰਨ ਰਿਹਾ ਕਿ ਮੈਂ ਔਰ ਮੇਰੀ ਰਈਅਤ ਮੇਰੇ ਲੋਕ ਦੁਸ਼ਟ ਹਨ। ਤੁਸੀਂ ਯਹੋਵਾ ਦੇ ਅੱਗੇ ਸਿਫਾਰਿਸ਼ ਕਰੋ, ਇਹ ਬੇਨਤੀ ਕਰ ਰਿਹਾ ਕਰਨੇ ਜਾਤੇ ਹੋਤੀ ਯਹੋਵਾ ਕੇ ਸਿਫਾਰਿਸ਼ ਕਰੋ। ਕਿਉਂ ਜੋ ਹੁਣ ਪਰਮੇਸ਼ਵਰ ਦੀ ਗਰਜ ਦੀ ਔਰ ਗੜਿਆਂ ਦੀ ਹੱਦ ਹੋ ਗਈ ਹੈ। ਬਸ ਹੋ ਗਈ, ਬਸ ਹੋ ਗਈ ਆ। ਅੱਜ ਸੰਸਾਰ 'ਚ ਇੱਦਾਂ ਲੋਕਾਂ ਦੀ ਬਸ ਹੋ ਗਈ ਹੈ। ਮੈਨੂੰ ਪਤਾ ਨਹੀਂ ਕਿਸੇ ਦਾ, ਲੇਕਿਨ ਮੈਂ ਇਹ ਵਿਸ਼ਵਾਸ ਕਰਦਾ ਜਿਹੜੇ ਪ੍ਰਭੂ ਦੇ ਦਾਸ ਆਪਣੇ ਆਪ ਨੂੰ ਪਵਿੱਤਰ ਰੱਖ ਕੇ ਦੁਆ ਕਰਦੇ ਹਨ, ਖੁਦਾ ਉਹਨਾਂ ਦੀ ਪ੍ਰਾਰਥਨਾ ਦਾ ਉੱਤਰ ਦੇਵੇਗਾ। Now we can see that how people have had enough of this plague now, and I still believe that people who keep themselves holy, the servant of God, if they pray, God will answer their prayers. ਉਹਨੇ ਬੁਲਾ ਕੇ ਕਿਹਾ ਔਰ ਫਿਰ ਕੀ ਕਿਹਾ, ਮੈਂ ਤੁਹਾਨੂੰ ਜਾਣ ਦੇਵਾਂਗਾ, ਫਿਰ ਮੈਂ ਤੁਹਾਨੂੰ ਜਾਣ ਦੇਵਾਂਗਾ। ਹੁਣ ਤੁਸੀਂ ਹੋਰ ਨਹੀਂ ਠਹਿਰੋਗੇ। ਬਸ ਬਾਈਬਲ ਕੀ ਕਹਿੰਦੀ ਇਹਦੇ, ਹੁਣ ਤੁਸੀਂ 33 ਆਇਤ ਪੜ੍ਹੀਏ, ਇਸੇ 33 ਆਇਤ। We'll read verse 33. ਤਾਂ ਮੂਸਾ ਫਿਰੌਨ ਕੋਲੋਂ ਹੋ ਕੇ ਨਗਰ ਵਿੱਚੋਂ ਬਾਹਰ ਗਿਆ ਮੂਸਾ ਫਰੌਨ ਦੇ ਕੋਲੋਂ ਹੋ ਕੇ ਨਗਰ 'ਚ ਬਾਹਰ ਗਿਆ। ਔਰ ਯਹੋਵਾ ਦੇ ਅੱਗੇ ਹੱਥ ਅੱਡੇ, ਦੇਖੇ ਪਰਮੇਸ਼ਰ ਦੇ ਅੱਗੇ ਹੱਥ ਅੱਡੇ, ਤਾਂ ਗਰਜਨਾ ਔਰ ਗੜੇ ਹਟ ਗਏ ਅਤੇ ਬਰਖਾ ਧਰਤੀ ਤੋਂ ਥੰਮ ਗਈ। ਇਸਾ ਮਤਲਬ ਕਿ ਉਹ ਜਾਣਦਾ ਸੀ ਕਿ ਅਗਰ ਪ੍ਰਭੂ ਦਾ ਦਾਸ ਦੁਆ ਕਰੇਗਾ ਤੇ ਸਿਸਟਮ ਜਿਹੜਾ ਕੀ ਹੋ ਜਾਏਗਾ, ਚੰਗਾ ਹੋ ਜਾਏਗਾ। ਜਿੱਦਾਂ ਹੀ ਮੂਸਾ ਨੇ ਆਕਾਸ਼ ਵੱਲ ਹੱਥ ਚੱਕੇ ਲਿਖਿਆ ਬਾਬਾ ਇੱਕਦਮ ਕੀ ਹੋ ਗਈ, ਬੰਦ ਹੋ ਗਈ। And what we see in verse 33, that when Moses lifted up his hand towards heaven, and what verse 33 says, that the moment he did, the thunder and hail, they just stopped. ਇਹੀ ਬਾਈਬਲ ਕਹਿੰਦੀ ਆ ਕਿ ਪ੍ਰਭੂ ਦੇ ਦਾਸ ਪਵਿੱਤਰ ਹੱਥ ਚੱਕ ਕੇ ਖੁਦਾ ਦੀ ਕੀ ਕਰਨ, ਉਪਾਸਨਾ ਕਰਨ। That's what the word of God says, that people of God may lift up their holy hand and worship God. ਦੂਸਰੀ ਇੱਕ ਆਇਤ ਬੜੀ ਅੱਛੀ ਆ, ਉਹਨੇ ਆਪਣੇ ਦਾਸਾਂ ਨਾਲ ਨੇਮ ਬਣਿਆ। ਸ਼ਾਇਦ ਮੈਂ ਤੁਹਾਨੂੰ ਪੜ੍ਹਾਉਣਾ ਚਾਹੁੰਦਾ। ਪਹਿਲਾ ਰਾਜਾ 8 ਅਧਿਆਏ, We'll open our Bible at 1 King and chapter 8. ਉਹਦੀ ਸ਼ਾਇਦ 54 ਆਇਤ 'ਚ ਕੋਈ ਗੱਲ ਲਿਖੀ ਹੈ। 1 King chapter 8 verse 54. ਇੱਥੇ ਬਹੁਤ ਅੱਛੀ ਪ੍ਰਾਰਥਨਾ ਕੀਤੀ ਸੁਲੇਮਾਨ ਨੇ। And here we see a beautiful prayer that was said by King Solomon. ਤਾਂ ਇਉਂ ਹੋਇਆ ਉਹਦੀ 54 ਹਾਂ ਤਾਂ ਇਉਂ ਹੋਇਆ ਕਿ ਜਦ ਸੁਲੇਮਾਨ ਨੇ ਇਹ ਸਾਰੀ ਬੇਨਤੀ ਤੇ ਅਰਦਾਸ ਯਹੋਵਾ ਦੇ ਅੱਗੇ ਕਰ ਚੁੱਕਿਆ, ਹਾਂ ਤਾਂ ਉਹ ਯਹੋਵਾ ਦੀ ਜਗਵੇਦੀ ਦੇ ਅੱਗਿਓਂ ਉੱਠ ਖਲੋਤਾ, ਜਿੱਥੇ ਉਹ ਆਪਣੇ ਗੋਡੇ ਨਿਵਾ ਕੇ ਤੇ ਹੱਥ ਆਕਾਸ਼ ਵੱਲ ਅੱਡ ਕੇ ਬੈਠਾ ਸੀ। ਹਾਂ ਇਸਨੇ ਵੀ ਸੁਲੇਮਾਨ ਨੇ ਵੀ घुटने भी टेक के अपने हाथ भी चक्के। और एक और आयत पढ़ेंगे जी, पहला राजा ਉਹਦਾ 8 ਚੈਪਟਰ ਉਹਦੀ 22 ਆਇਤ ਤੋਂ ਥੋੜਾ ਦੇਖਾਂਗੇ। ਇਹ ਪਰਮੇਸ਼ਰ ਦਾਸਾਂ ਨਾਲ ਖੁਦਾ ਨੇ ਕੀਨੇ ਬੰਨਿਆ, ਜਿਨ੍ਹਾਂ ਦੇ ਹੱਥ ਪਾਕ ਤੇ ਸਾਫ਼ ਹਨ। ਅਗਰ ਉਹ ਵਰਸ਼ਿਪ ਕਰਨਗੇ ਪਵਿੱਤਰ ਆਤਮਾ ਦੇ ਵਿੱਚ, ਹੱਥ ਚੱਕਣਗੇ ਤੇ ਹਰ ਮੁਸ਼ਕਲ ਟਲ ਜਾਏਗੀ। ਬਾਈਬਲ ਕਹਿੰਦੀ, ਮੈਂ ਨਹੀਂ ਕਹਿ ਰਿਹਾ, ਪੜ੍ਹੀ ਕੀ ਲਿਖਿਆ। ਤਾਂ ਸੁਲੇਮਾਨ ਯਹੋਵਾ ਦੀ ਜਗਵੇਦੀ ਦੇ ਅੱਗੇ ਇਸਰਾਇਲ ਦੀ ਸਾਰੀ ਸਭਾ ਦੇ ਸਾਹਮਣੇ ਖਲੋਤਾ ਅਤੇ ਆਪਣੇ ਹੱਥ ਆਕਾਸ਼ ਵੱਲ ਅੱਡੇ। ਇੱਥੇ ਤਾਂ ਬੜੇ ਬੜੇ ਰਾਜਾ ਵੀ, ਦਾਊਦ ਵੀ ਰਾਜਾ, ਉਹ ਵੀ ਹੱਥ ਚੱਕ ਕੇ ਦੁਆ ਕਰ ਰਿਹਾ, ਪਰਮੇਸ਼ਰ ਕੇ ਦਾਸ ਕਰ ਰਿਹਾ। ਔਰ ਸੁਲੇਮਾਨ ਜੋ ਉਹਦਾ ਸਥਾਪਿਤ ਕੀਤੇ ਗਿਆ ਰਾਜ, ਉਹ ਵੀ ਰਾਜਾ, ਉਹ ਵੀ ਹੱਥ ਚੱਕ ਕੇ ਖੁਦਾ ਦੀ ਪ੍ਰਸਤਿਸ਼ ਕਰ ਰਿਹਾ। ਦੇਖੋ ਕਿੰਨੀ ਅੱਛੀ ਆਇਤ ਲਿਖੀ, ਪੜ੍ਹੀਏ ਫਿਰ 22 ਆਇਤ ਨੂੰ। ਤਾਂ ਸੁਲੇਮਾਨ ਯਹੋਵਾ ਦੀ ਜਗਵੇਦੀ ਦੇ ਅੱਗੇ, ਸੁਲੇਮਾਨ
ਯਹੋਵਾ ਦੀ ਜਗਵੇਦੀ ਦੇ ਅੱਗੇ ਇਸਰਾਇਲ ਦੀ ਸਾਰੀ ਸਭਾ ਦੇ ਸਾਹਮਣੇ ਇਸਰਾਇਲ ਦੀ ਸਾਰੀ ਸਭਾ ਦੇ ਸਾਹਮਣੇ ਖਲੋਤਾ ਅਤੇ ਆਪਣੇ ਹੱਥ ਆਕਾਸ਼ ਵੱਲ ਅੱਡੇ ਆਪਣੇ ਹੱਥ ਆਕਾਸ਼ ਵੱਲ ਅੱਡੇ ਤਾਂ ਉਸ ਆਖਿਆ, ਉਹਨੇ ਆਖਿਆ, ਹੇ ਯਹੋਵਾ ਇਸਰਾਇਲ ਦੇ ਪਰਮੇਸ਼ਵਰ, ਹੇ ਯਹੋਵਾ ਇਸਰਾਇਲ ਦੇ ਪਰਮੇਸ਼ਵਰ, ਤੇਰੇ ਵਰਗਾ ਉਤਾਹਾਂ ਸਵਰਗ ਵਿੱਚ ਤੇਰੇ ਵਰਗਾ ਸਵਰਗ ਵਿੱਚ ਕੋਈ ਪਰਮੇਸ਼ਰ ਨਹੀਂ, ਅਥਵਾ ਹੇਠਾਂ ਧਰਤੀ ਉੱਤੇ ਕੋਈ ਪਰਮੇਸ਼ਵਰ ਕੋਈ ਨਹੀਂ, ਪਰਮੇਸ਼ਰ ਹੈ ਨਹੀਂ ਧਰਤੀ ਤੇ ਉੱਤੇ ਨਾ ਔਰ ਦੂਸਰੀ ਜਗ੍ਹਾ ਕੋਈ। ਔਰ ਫਿਰ ਜੋ ਨੇਮ ਅਤੇ ਕਿਰਪਾ ਆਪਣੇ ਦਾਸਾਂ ਨਾਲ ਕਾਇਮ ਰੱਖਦਾ ਹੈ। ਉਹਨੇ ਆਪਣੇ ਸੇਵਕਾਂ ਨਾਲ, ਪਾਸਟਰ ਲੋਕਾਂ ਨਾਲ ਆਪਣੇ ਵਚਨ ਕਾਇਮ ਕਰਨੇ ਹਨ। ਪਾਦਰੀ ਲੋਕਾਂ ਦੇ ਨਾਲ ਉਹਨੇ ਨੇਮ ਬਣਿਆ ਕਿ ਉਹਨਾਂ ਨੂੰ ਪੂਰਾ ਕਰੇਗਾ, ਉਹ ਬੋਲਣਗੇ, ਉਹਨਾਂ ਨੂੰ ਇਸਤੇਮਾਲ ਕਰੇਗਾ ਤਾਂ ਕਿ ਉਹਦੀ ਪ੍ਰਜਾ ਆਸ਼ੀਸ਼ਿਤ ਹੋਵੇ। ਇਹਦੇ ਲਿਖਿਆ ਹੈ, ਨੇਮ ਰੱਖਿਆ। ਔਰ ਜਿਹੜੇ ਕਿਹਨਾਂ ਦਾ ਨੇਮ ਅੱਗੇ ਕੀ ਲਿਖਿਆ? ਜਿਹੜੇ ਤੇਰੇ ਅੱਗੇ ਪੂਰੇ ਦਿਲ ਦੇ ਨਾਲ ਚੱਲਦੇ ਹਨ। ਇੱਕ ਅਧੂਰੇ ਦਿਲ ਨਾਲ ਚੱਲਦੇ ਆ, ਉਹ ਹੱਥ ਚੱਕਣ ਕੁਛ ਨਹੀਂ ਹੋਏਗਾ। ਜਿਹੜਾ ਪੂਰੇ ਦਿਲ ਨਾਲ ਚੱਲਦਾ, ਅਗਰ ਉਹ ਹੱਥ ਚੱਕ ਕੇ ਦੁਆ ਕਰੇਗਾ, ਆਕਾਸ਼ ਖੁੱਲੇਗਾ, ਮੇਰਾ ਦੇਸ਼ ਬਹਾਲ ਹੋ ਜਾਏਗਾ। ਤਦ ਲਿਖਿਆ ਨਾ, ਜੇ ਮੇਰੀ ਪ੍ਰਜਾ ਅਧੀਨ ਹੋ ਕੇ ਪ੍ਰਾਰਥਨਾ ਕਰੇ, ਅਧੀਨ ਹੋ ਕੇ, ਤੇ ਮੈਂ ਦੇਸ਼ ਦੇ ਵਿੱਚ ਸਭ ਕੁਝ ਤਬਦੀਲ ਕਰਕੇ ਰੱਖ ਦੂੰਗਾ। ਇਹ ਸਿਰਫ ਹੱਥ ਚੱਕ ਕੇ ਪ੍ਰਾਰਥਨਾ ਕਰਦੇ ਬੋਲ ਰਿਹਾ, ਆਪਣੇ ਪਵਿੱਤਰ ਹੱਥ ਚੱਕ ਕੇ ਖੁਦਾ ਦੀ ਕੀ ਕਰੋ? ਮਹਿਮਾ ਕਰੋ। ਇਹ ਬਾਈਬਲ ਦੀ ਗੱਲ। And First King chapter 8 we read verse 54. We also read verse 22 where we saw that Solomon he spread out his hand towards heaven and he prayed. And we also see here the word of God in verse 23. It says, Lord, the God of Israel, there is no God like you in heaven above or on earth below. You who keep your covenant of love with your servants, who continue wholeheartedly in your way. And we see that the people, not half-heartedly, but the people who are wholehearted, God has made covenant with those people. ਇਸ ਕਰਕੇ ਮੈਂ ਅੱਜ ਪ੍ਰੀਚ ਕਰ ਰਿਹਾ ਕਿ ਬਹੁਤ ਕੁਝ ਪਰਮੇਸ਼ਰ ਦੇ ਸੇਵਕਾਂ ਦੇ ਹੱਥ ਵਿੱਚ ਆ। That's why today I am preaching that there are many things which are in the hands of the servant of God. ਪ੍ਰਭੂ ਨੇ ਆਪਣੇ ਦਾਸਾਂ ਨੂੰ ਇਹ ਬਰਕਤ ਦਿੱਤੀ ਹੈ। God has given this blessing to his ਅਗਰ ਉਹ servants. ਦੁਆ ਕਰਨਗੇ, If they pray, ਦੇਸ਼ ਚੋਂ ਬਾਬਾ ਟਲ ਜਾਏਗੀ। and then the plague will ਉਹ go. ਦੁਆ ਕਰਨਗੇ, If they pray, ਘਰ ਆਸ਼ੀਸ਼ਿਤ ਹੋਣਗੇ। houses will be blessed. ਪ੍ਰਭੂ ਦੇ ਦਾਸ ਦੁਆ ਕਰਨਗੇ, If the servant of God prays, ਬਿਮਾਰੀ ਚਲੀ ਜਾਏਗੀ। the sickness will go. ਇਹ ਗੱਲ ਪਰਮੇਸ਼ਰ ਨੇ ਆਪਣੇ ਦਾਸਾਂ ਨਾਲ ਨੇਮ ਬਣਿਆ। And this is the covenant that God has made with his servants. ਇਸ ਕਰਕੇ ਮੇਰੇ ਭੈਣ ਭਰਾਓ, Therefore, my brothers and sisters, ਜਿਹੜੀ ਬਾਈਬਲ ਕੀ ਕਹਿੰਦੀ ਹੈ? what does Bible say? ਬਾਈਬਲ ਇਹ ਕਹਿੰਦੀ ਆ, Bible says, ਤੇਰੀ ਜ਼ੁਬਾਨ ਪਵਿੱਤਰ ਹੋਵੇ। your tongue should be holy. ਮੱਤੀ ਦੀ ਇੰਜੀਲ 'ਚ ਲਿਖਿਆ, In the book of Matthew, ਜੇ ਤੇਰੀਆਂ ਅੱਖਾਂ ਪਵਿੱਤਰ ਹਨ, if your eyes are holy, ਤੇਰਾ ਅੰਦਰਲਾ ਸਾਰਾ ਸਿਸਟਮ ਪਵਿੱਤਰ ਆ। then your whole body is holy. ਜੇ ਤੇਰੀਆਂ ਅੱਖਾਂ ਪਵਿੱਤਰ ਨਹੀਂ, If your eyes are not ਤੇਰੇ holy, ਅੰਦਰ ਅੰਧੇਰਾ ਆ। then there is darkness in ਇਸੇ you. ਕਰਕੇ ਪ੍ਰਾਰਥਨਾ ਰੁਕੀ ਹੋਈ ਹੈ। That's why prayers are stopped. ਇਹ ਚਾਹੇ ਵਿਸ਼ਵਾਸੀ ਸੁਣੇ, Whether a believer is listening ਚਾਹੇ ਪਾਸਟਰ ਸੁਣੇ, or a pastor is listening, ਇਹੀ ਗੱਲ ਹੀ ਲਿਖੀ ਹੈ। this is what it says. क्या तुझ में जो उजाला है, The light which is in you, उर्दू 'ਚ लिखा कहीं तबरीखी तो नहीं, in Urdu it कितने says, नेरा तो नहीं। isn't it a darkness? ऐसे करके प्रार्थना 'ਚ बाधा है। Therefore our prayers are hindered. पहली गल, First thing, मेरे हाथ भी शुद्ध चाहिए, my hand should be holy, मेरी अखां भी शुद्ध चाहिए। my eyes should be holy. जिस शायर ने पूछे लिखा, In the book of Isaiah, हाय मैं पृष्ठ बुलाड़ा, oh, I am a man of मेरी जुबान भी पवित्र चाहिए I am a man of unholy ताकि deeds. तेरी प्रार्थना रुक ना जा। My tongue should be holy so that ऐसे करके बाबा खड़ी है। therefore this plague is existing. फिर ये इस करके नहीं खड़ी तो फिर क्यों खुदावन ने किया? And if it is not because of that, यूहन्ना दी अंजील दे च लाइन लिखी है, in the book of John, जे मेरा कोई बंदा होवे, if there is any godly servant, रास्तबाज होवे, if anyone is righteous, लिखा जी वो दुआ करे if he prays, तो उसकी दुआ सुनी जाएगी। his prayer will be answered. इसका मतलब कोई भी नहीं। Do you think it doesn't mean? वैसे तो रोमे खाते लिखा एक भी नहीं। In the book of Romans it says there is no one. प्लीज कृपा करके Please, इन्हू सुनिए। you may listen to it इन्हां दिनां विच during these days रोज अपने आप ਨੂੰ ਪ੍ਰਭੂ ਦੇ ਹੱਥ ਸੌਂਪੀਏ, and submit yourself in ਉਹਦੇ the hands ਲਹੂ of ਦੇ God. ਵਸੀਲੇ ਨਾਲ In his ਆਪਣੇ blood, ਆਪ ਨੂੰ ਸ਼ੁੱਧ ਕਰੀਏ by his blood cleanse yourself ਤਾਂ ਕਿ ਤੁਹਾਡੀਆਂ ਪ੍ਰਾਰਥਨਾ ਰੁਕ ਨਾ ਜਾ। so that your prayers may not be ਨਹੀਂ ਤਾਂ hindered. ਖੁਦਾ ਦੇ ਕਲਾਮ 'ਚ ਲਿਖਿਆ,
In the word of God, it says, ਯਰਮੀਆ 'ਚ ਲਿਖਿਆ in the book of Jeremiah, it says, ਬਹੁਤ ਅੱਛੀ ਇੱਕ ਲਾਈਨ ਲਿਖੀ ਆ, a beautiful verse. ਉਹਨੂੰ It ਮੈਂ ਪੜ੍ਹਾਉਣਾ says, ਚਾਹੁੰਦਾ ਤੁਹਾਨੂੰ। I want you to read ਆइए that. ਉਸ ਲਾਈਨ ਨੂੰ ਪੜਾਂਗੇ। Let's read it. ਯਰਮੀਆ शायद 9 चैप्टर आप पढ़िए, 9 ਦੀ 21 ਆਇਤ था, ਮੌਤ 9 ਚੈਪਟਰ ਯਰਮੀਆ ਉਹਦੀ 21 ਆਇਤ। ਮੌਤ ਤਾਂ ਸਾਡੀਆਂ ਤਾਕੀਆਂ ਵਿੱਚ ਚੜ ਆਈ ਹੈ, ਇਹ ਜਿਹੜੀ ਮੌਤ ਹਰ ਘਰ ਦੇ ਉੱਤੇ ਆ ਰਹੀ ਆ, ਕਿੰਨੇ ਕਿੰਨੇ ਲੋਕ ਮਰ ਰਹੇ ਨੇ ਔਰ ਲਾਸ਼ਾਂ ਦੀਆਂ ਲਾਸ਼ਾਂ ਮਰ ਰਹੀਆਂ ਆ ਰਹੀਆਂ ਹਨ ਪੂਰੀ ਦੁਨੀਆ 'ਚ ਆ। ਮੈਂ ਇੰਡੀਆ ਦੀ ਗੱਲ ਨਹੀਂ ਕਰ ਰਿਹਾ, ਲੇਕਿਨ ਲਿਖਿਆ ਮੌਤ ਸਾਡੀਆਂ ਤਾਕਿਆਂ 'ਚ ਕੀ ਆ, ਚੜ ਆਈ ਹੈ, ਚੜ੍ਹ ਆਈ ਆ ਔਰ ਇਹ ਸਾਡੀਆਂ ਮਹਿਲਾਂ ਵਿੱਚ ਵੜ ਗਈ ਹੈ, ਇਹ ਸਾਡੇ ਘਰਾਂ ਵਿੱਚ ਆ ਗਈ ਆ, ਪਈ ਗਲੀਆਂ ਵਿੱਚੋਂ ਮੁੰਡਿਆਂ ਨੂੰ ਗਲੀਆਂ ਵਿੱਚੋਂ ਮੁੰਡਿਆਂ ਨੂੰ, ਅਤੇ ਚੌਂਕਾਂ ਵਿੱਚੋਂ ਜਵਾਨਾਂ ਨੂੰ ਚੌਂਕਾਂ ਵਿੱਚੋਂ ਜਵਾਨਾਂ ਨੂੰ ਕੱਟ ਦੇਵੇ। ਕੱਟ ਦੇਵੇ। ਇਸੇ ਕਰਕੇ ਗਵਰਨਮੈਂਟ ਕਹਿੰਦੀ ਕੋਈ ਚੌਂਕ 'ਚ ਰਸ਼ ਨਹੀਂ ਪਾਏਗਾ, ਜ਼ਿਆਦਾ ਇਕੱਠੇ ਨਹੀਂ ਹੋਣਾ। ਤੁਸੀਂ ਉਹਨੂੰ ਪਤਾ ਆ, ਇਹ ਗੱਲ ਪਤਾ ਖਬਰ ਆ ਕਿ ਜੇ ਇਕੱਠੇ ਹੋਣਗੇ ਤੇ ਬਾਬਾ ਇਹਨਾਂ 'ਚ ਕੀ ਕਰੇਗੀ, ਆਪਣਾ ਕੰਮ ਕਰੇਗੀ। ਇਹ ਗੱਲ ਪਹਿਲਾਂ ਹੀ ਭਵਿੱਖਬਾਣੀ ਹੋ ਚੁੱਕੀ ਆ। ਇਸੇ ਕਰਕੇ ਜਿੱਥੇ ਕਿਤੇ ਚੌਂਕਾਂ 'ਤੇ ਖੜਾ ਹੁੰਦਾ ਪੁਲਿਸ ਆ ਕੇ ਉਹਨੂੰ ਉੱਥੋਂ ਰਵਾਨਗੀ ਕਰ ਦਿੰਦੀ ਹੁੰਦੀ ਸੀ। ਜਿੱਥੇ ਕਿਤੇ ਰਸ਼ ਹੁੰਦਾ ਪੁਲਿਸ ਉੱਥੋਂ ਉਹਨੂੰ ਚਲਾ ਦਿੰਦੀ। ਫਿਰ ਸਾਜ ਤੋਂ ਬੜੇ ਕਿੰਨੀ ਅੱਛੀ ਲਾਈਨ ਹੈ, ਮੌਤ ਤਾਂ ਸਾਡੀਆਂ ਤਾਕੀਆਂ ਵਿੱਚ ਚੜ ਆਈ, ਮੌਤ ਸਾਡੇ ਘਰਾਂ 'ਚ ਆ ਵੜੀ ਆ, ਤਾਕਿਆਂ 'ਚ ਆ ਗਈ ਆ ਔਰ ਇਹ ਸਾਡੀਆਂ ਮਹਿਲਾਂ ਵਿੱਚ ਵੜ ਗਈ ਇਹ ਹੈ, ਸਾਡੇ ਮਹਿਲਾਂ ਵਿੱਚ ਆ ਵੜੀ, ਪਈ ਗਲੀਆਂ ਵਿੱਚੋਂ ਮੁੰਡਿਆਂ ਨੂੰ ਗਲੀਆਂ ਵਿੱਚੋਂ ਮੁੰਡਿਆਂ ਨੂੰ ਅਤੇ ਚੌਂਕਾਂ ਵਿੱਚੋਂ ਜਵਾਨਾਂ ਨੂੰ ਕੱਟ ਦੇਵੇ। ਕੱਟ ਦੇਵੇ। ਇਸ ਕਰਕੇ ਇਹ ਜੋ ਕੁਝ ਵੀ ਹੋ ਰਿਹਾ ਆ ਕਲਫੁਲ ਲੱਗ ਰਿਹਾ, ਇਸ ਕਰਕੇ ਲੱਗ ਰਿਹਾ ਕਿਤੇ ਜਿਹੜੇ ਲੋਕ ਇੱਧਰ ਉੱਧਰ ਇਕੱਠੇ ਹੋ ਕੇ ਖੜੇ ਹੁੰਦੇ ਇਹਨਾਂ 'ਤੇ ਕੋਈ ਬਾਬਾ ਨਾ ਆਏ। ਮੌਤ ਜਿਹੜੀ ਮੰਡਲਾ ਰਹੀ ਆ, ਪਰ ਉਹਦੇ ਨਾਲ ਨਾਲ ਜਿਹੜੀ ਪਹਿਲੀ ਆਤਮਾ ਤੁਹਾਨੂੰ ਪੜਾਈ ਆ, ਲੋਕ ਬਾਬਾ ਕਿਹਨਾਂ ਲੋਕਾਂ 'ਤੇ ਆਏਗੀ ਜਿਹੜੇ ਉਹਦੇ ਵਿੱਚ ਨਹੀਂ ਰਹਿੰਦੇ। ਮੈਂ ਪਿਛਲੇ ਸੰਡੇ ਵੀ ਇਹ ਗੱਲ ਕਹੀ, ਜਿਹੜੇ ਉੱਚ ਨਹੀਂ ਰਹਿੰਦੇ ਉਹ ਮਹਿਫੂਜ਼ ਨਹੀਂ, ਜਿਹੜੇ ਮਸੀਹ ਵਿੱਚ ਹਨ ਉਹ ਮਹਿਫੂਜ਼ ਰਹਿਣਗੇ ਡਰ ਪੈਮਾਨ ਦੀ। ਮੈਂ ਪਿਛਲੀ ਵਾਰ ਇੱਕ ਮੈਸੇਜ 'ਚ ਗੱਲ ਕਹੀ ਸੀ, ਜੇਕੇ ਸੀ ਲੇਕ ਦੀ ਗੱਲ ਕਹੀ ਸੀ। ਅਫਰੀਕਾ 'ਚ ਕਰੀ ਬਾਬਾ ਆਈ, ਜਿੱਦਾਂ ਇੱਥੇ ਬਾਬਾ ਆਈ ਆ ਸੀ ਲੇਕ, ਉਸ ਜਗ੍ਹਾ 'ਤੇ ਉਹਨਾਂ ਨੇ ਕਿਹਾ, ਗੌਰਮੈਂਟ ਤੋਂ ਪਰਮਿਸ਼ਨ ਲਿੱਤੀ ਕਿ ਮੈਂ ਜਿਹੜੇ ਲੋਕ ਬਾਬਾ ਨਾਲ ਮਾਰ ਰਹੇ ਮੈਨੂੰ ਸੇਵਾ ਕਰ। ਉਹਨਾਂ ਨੇ ਕਿਹਾ ਤੈਨੂੰ ਮਾਸਕ ਪਾਉਣਾ ਪਏਗਾ, ਤੈਨੂੰ ਟੀਕਾ ਲਵਾਉਣਾ ਪਏਗਾ, ਤੈਨੂੰ ਇਹ ਮੈਡੀਸਨ ਖਾਣੀ ਪਏਗੀ। ਇੰਗਲੈਂਡ ਤੋਂ ਉਹ ਮੈਡੀਸਨ ਆਈ ਸੀ, ਉਹਦੇ ਬਾਰੇ ਤਾਂ ਮੈਂ ਪੜ੍ਹਿਆ। ਲੇਕਿਨ ਸੀ ਲੇਕ ਕਹਿੰਦੇ ਨਾ ਮੈਂ ਮੈਡੀਸਨ ਖਾਊਂਗਾ ਨਾ ਮੈਂ ਮਾਸਕ ਲਗਾਊਂਗਾ, ਮੈਂ ਇਹਨਾਂ ਲੋਕਾਂ ਦੀ ਜਿਹੜੀ ਸੇਵਾ ਕਰ ਮੈਂ ਇੱਦਾਂ ਹੀ ਸੇਵਾ ਕਰੂੰਗਾ। ਉਹਨਾਂ ਨੇ ਜ਼ਾਤ ਨਹੀਂ ਦਿੱਤੀ, ਉਹਨਾਂ ਨੇ ਇੱਕ ਸ਼ਰਤ ਰੱਖੀ, ਉਹਨਾਂ ਸ਼ਰਤ ਰੱਖੀ, ਉਹਨਾਂ ਨੇ ਉਹਦੇ ਹੱਥ ਉੱਤੇ ਜਿਹੜਾ ਸੀ ਉਹ ਲਾਰ ਨਿਕਲਦੀ ਸੀ ਉਹਨਾਂ ਦੇ ਮੂੰਹ ਤੋਂ ਕੀਟਾਣੂਆਂ ਦੀ। ਉਹਨਾਂ ਨੇ ਹੱਥ ਚੈੱਕ ਕੀਤਾ, ਕਹਿੰਦੇ ਮੇਰੇ ਹੱਥ ਰਾ ਦਿਓ, ਜੇ ਕੀਟਾਣੂ ਮਰ ਗਏ ਤੇ ਤੁਸੀਂ ਮੈਨੂੰ ਆਜ਼ਾਦ ਦੇ ਦਿਓ, ਜੇ ਜ਼ਿੰਦਾ ਰਹੇ ਤੇ ਆਜ਼ਾਦ ਨਾ ਦਿਓ। ਉਹਨਾਂ ਨੇ ਇਸ ਗੱਲ ਨੂੰ ਮੰਨ ਰਿਹਾ ਪਰਮੇਸ਼ਰ ਜਾਣੂ, ਉਹਨੇ ਲਾਰ ਹੱਥ ਰੱਖੇ ਔਰ ਮਾਈਕਰੋਸਕੋਪ ਨਾਲ ਚੈੱਕ ਕੀਤਾ ਗਿਆ, ਕੀੜੇ ਹੱਥ 'ਤੇ ਰੱਖਦੇ ਹੀ ਜਿਹੜੇ ਲਾਰ 'ਚ ਸੀ ਉਹ ਮਰ ਗਏ। ਉਹਨੇ ਵਿਸ਼ਵਾਸ ਕੀਤਾ, ਫਿਰ ਉਹਨੇ ਬਿਨਾਂ ਕੁਛ ਕੀਤੇ ਇਹ ਜੇਕੇ ਸੀ ਲੇਕ ਦੀ ਮੈਂ ਗੱਲ ਕਰ ਰਿਹਾ, ਪਰਮੇਸ਼ਰ ਮਹਾਨ ਸੰਤ ਅਫਰੀਕਾ 'ਚ ਇੱਕ ਵਾਰੀ ਬਾਬਾ ਆਈ ਸੀ, ਉਹਨੇ ਇਹਦੀ ਸੇਵਾ ਕੀਤੀ। ਬਾਈਬਲ ਕਹਿੰਦੀ, ਬਾਈਬਲ ਕਿਉਂਕਿ ਉਹ ਖੁਦਾ 'ਚ ਪੂਰਾ ਸੀ, ਪੂਰੇ ਆਦਮੀ ਨੂੰ ਕਦੀ ਕੋਈ ਬਾਬਾ ਨਹੀਂ ਸਤਾਵੇਗੀ। ਮੇਰੇ ਭੈਣ ਭਰਾਓ, ਮਸੀਹ ਵਿੱਚ ਮੈਂ ਤੁਹਾਨੂੰ ਬੇਨਤੀ ਕਰਦਾ, ਇਹਨਾਂ ਲੈਣ ਰੱਖੇ ਜਵਾਨਾਂ ਵਿੱਚੋਂ ਮੁੰਡਿਆਂ ਨੂੰ ਚੱਕ ਜਾਏਗੀ, ਪਰ ਕਿਹਨਾਂ ਨੂੰ ਨਹੀਂ ਚੱਕੇਗੀ, ਜਿਹੜੇ ਉਹਦੇ ਲਹੂ 'ਚ ਕੀ ਆ ਟੱਕੇ ਰਹਿੰਦੇ ਨੇ। ਆਓ ਇੱਕ ਲਾਈਨ ਔਰ ਮੈਂ ਅੱਜ ਪਰਮੇਸ਼ਰ ਦੇ ਸੇਵਕਾਂ ਬਾਰੇ ਬੋਲ ਰਿਹਾ ਹਾਂ। ਸੇਵਕਾਂ ਨੂੰ ਲੋਕ ਆ ਕੇ ਪੁੱਛਣ ਕਿ ਪਾਦਰੀ ਸਾਹਿਬ ਦੁਆ ਕਰੋ, ਕੋਈ ਗੈਰਤ ਖਾ ਕੇ ਕਵੇ ਕਿ ਮੈਂ ਅੱਜ ਫਾਸਟਿੰਗ ਪੇ ਕਰੂੰਗਾ ਚਾਹ ਪਣ ਤੋਂ ਬਿਨਾਂ, ਤਾਂ ਕਿ ਚਰਚ ਦੇ ਜਿਹੜੇ ਰੋਲੇ ਹਨ, ਚਰਚ ਬੰਦ ਨਾ ਹੋ ਜਾਏ, ਬੰਦ ਨਾ ਹੋ ਜਾਏ। ਚਰਚ ਕਦੀ ਬੰਦ ਨਹੀਂ ਹੋ ਸਕੇਗਾ ਜੇ ਤੁਸੀਂ ਖੁਦਾ ਨਾਲ ਠੀਕ ਹੋ ਜਾਓਗੇ ਤਾਂ ਖੁਦਾ ਤੁਹਾਡੀਆਂ ਪ੍ਰਾਰਥਨਾ ਦਾ ਜਵਾਬ ਦੇਗਾ ਔਰ ਚਰਚ ਹਮੇਸ਼ਾ ਉਹਨਾਂ ਦਰਵਾਜ਼ੇ ਖੁੱਲ੍ਹੇ ਰਹਿਣਗੇ। ਤਦ ਲਿਖਿਆ ਨਾ, ਤੁਹਾਡੇ ਪਾਪਾਂ ਦੇ ਕਰਕੇ ਤੁਹਾਡੇ ਔਰ ਮੇਰੇ ਵਿੱਚ ਕੀ ਪੈ ਗਈ ਹੈ, ਜੁਦਾਈ ਪੈ ਗਈ ਹੈ। ਆਈਏ ਕੂਚ ਦੀ ਪੁਸਤਕ 17 ਅਧਿਆਇ ਉਹਦੀ ਇੱਕ ਹੋਰ ਲਾਈਨ ਪੜਾਂਗੇ। ਦੇਖੀਏ ਤੇ ਇੱਕ ਹੋਰ ਬਹੁਤ ਜ਼ਬਰਦਸਤ ਗੱਲ ਲਿਖੀ ਹੈ, ਉਹਦੀ 8 ਹੈ ਕੀ ਲਿਖਿਆ ਹੈ। Book of Exodus, chapter 17. We'll read one more verse. 8 And verse 8 from chapter 17. ਸੁਣੋ। ਫਿਰ ਅਮਾਲੇਕ ਆਏ ਹਾਂ, ਅਰ ਰਫੀਦੀਮ ਵਿੱਚ ਇਸਰਾਇਲ ਅੱਜ ਨਾਲ ਮੈਂ ਲੜੇ, ਪਰਮੇਸ਼ਰ ਦੇ ਦਾਸਾਂ ਦੀ ਗੱਲ ਕਰ ਰਿਹਾ। ਦੇਖਿਆ ਅਮਲੇਕ ਆਏ ਔਰ ਰਫੀਦੀਮ ਚ ਡੇਰੇ ਲਾਏ। ਤਾਂ ਮੂਸਾ ਨੇ ਯਹੋਸ਼ੂਆ ਨੂੰ ਆਖਿਆ, ਮੂਸਾ ਨੇ ਜੋਸ਼ੂਆ ਨੂੰ ਆਖਿਆ, ਸਾਡੇ ਲਈ ਮਨੁੱਖਾਂ ਨੂੰ ਚੁਣ ਸਾਡੇ ਲਈ ਮਨੁੱਖਾਂ ਨੂੰ ਚੁਣ, ਅਰ ਨਿਕਲ ਕੇ ਅਮਾਲੇਕ ਨਾਲ ਲੜ, ਨਿਕਲ ਕੇ ਅਮਲੇਕ ਨਾਲ ਲੜ, ਭਲਕੇ ਮੈਂ ਪਰਮੇਸ਼ਵਰ ਦਾ ਢਾਂਗਾ ਲੈ ਕੇ ਟਿੱਲੇ ਦੀ ਟੀਸੀ ਉੱਤੇ ਖੜਾ ਰਹਾਂਗਾ, ਔਰ
ਤਾਂ ਯਹੋਸ਼ੂਆ ਨੇ ਤਿਵੇਂ ਹੀ ਕੀਤਾ ਜਿਵੇਂ ਉਸਨੂੰ ਮੂਸਾ ਨੇ ਆਖਿਆ ਸੀ। ਤਾਂ ਉਹ ਅਮਾਲੇਕ ਦੇ ਨਾਲ ਲੜਿਆ ਔਰ ਅਤੇ ਮੂਸਾ, ਹਾਰੂਨ ਅਰ ਹੂਰ ਟਿੱਲੇ ਦੀ ਟੀਸੀ ਉੱਤੇ ਚੜੇ। ਤਾਂ ਇਉਂ ਹੋਇਆ ਜਦ ਮੂਸਾ ਆਪਣਾ ਹੱਥ ਚੁੱਕਦਾ ਸੀ ਤਾਂ ਇਸਰਾਇਲ ਜਿੱਤਦਾ ਸੀ, ਹਾਂ ਅਰ ਜਦ ਆਪਣਾ ਹੱਥ ਨੀਵਾਂ ਕਰ ਲੈਂਦਾ ਸੀ ਤਾਂ ਅਮਾਲੇਕ ਜਿੱਤਦਾ ਸੀ। ਦੇਖिए इस लाइन ਨੂੰ मैं तेरा और टच करना चाहना, ध्यान ਨਾਲ फिर पढ़िए दोबारा की लिखिया। ਫਿਰ ਅਮਾਲੇਕ ਆਏ ਅਰ ਰਫੀਦੀਮ ਵਿੱਚ ਇਸਰਾਇਲ ਨਾਲ ਲੜੇ। ਤਾਂ ਮੂਸਾ ਨੇ ਯਹੋਸ਼ੂਆ ਨੂੰ ਆਖਿਆ, ਸਾਡੇ ਲਈ ਮਨੁੱਖਾਂ ਨੂੰ ਚੁਣ ਅਰ ਨਿਕਲ ਕੇ ਅਮਾਲੇਕ ਨਾਲ ਲੜ, ਭਲਕੇ ਮੈਂ ਪਰਮੇਸ਼ਵਰ ਦਾ ਟਾਂਗਾ ਲੈ ਕੇ ਟਿੱਲੇ ਦੀ ਟੀਸੀ ਉੱਤੇ ਖੜਾ ਰਹਾਂਗਾ। ਸੋ ਯਹੋਸ਼ੂਆ ਨੇ ਤਿਵੇਂ ਹੀ ਕੀਤਾ ਜਿਵੇਂ ਉਸਨੂੰ ਮੂਸਾ ਨੇ ਆਖਿਆ ਸੀ। ਉਹ ਅਮਾਲੇਕ ਨਾਲ ਲੜਿਆ ਅਤੇ ਮੂਸਾ, ਹਾਰੂਨ ਅਰ ਹੂਰ ਟਿੱਲੇ ਦੀ ਟੀਸੀ ਉੱਤੇ ਚੜੇ। और ਤਾਂ ਇਉਂ ਹੋਇਆ ਜਦ ਮੂਸਾ ਆਪਣਾ ਹੱਥ ਚੁੱਕਦਾ ਸੀ ਤਾਂ जद परमेश्वर ਦਾ ਦਾਸ मूसा अपना हाथ ਚੁੱਕਦਾ ਸੀ ਤਾਂ ਇਸਰਾਇਲ ਜਿੱਤਦਾ ਸੀ। ਇਸਰਾਇਲ ਜਿੱਤ ਜਾਂਦਾ ਸੀ। ਔਰ ਅਰ ਜਦ ਆਪਣਾ ਹੱਥ ਨੀਵਾਂ ਕਰ ਲੈਂਦਾ ਸੀ ਜਦੋਂ ਆਪਣਾ ਹੱਥ ਨੀਵਾ ਕਰ ਲੈਂਦਾ ਸੀ ਤਾਂ ਅਮਾਲੇਕ ਜਿੱਤਦਾ ਸੀ। ਅਮਲੇਕ ਜਿੱਤ ਰਿਹਾ ਸੀ। ਖੁਦਾ ਦਾ ਦਾਸ ਹੱਥ ਤਾਂ ਚੱਕੇਗਾ, ਪਵਿੱਤਰ ਹੱਥ ਚੱਕ ਕੇ ਖੁਦਾ ਦੀ ਕੀ ਕਰੋ, ਮਹਿਮਾ ਕਰੋ। ਇਹ ਗੱਲ ਲਿਖੀ ਆ। ਮੇਰਾ ਇੱਕੋ ਹੀ ਮੈਸੇਜ ਤੇ ਮੈਂ ਤੁਹਾਨੂੰ ਪ੍ਰੀਚ ਕਰ ਰਿਹਾ ਕਿ ਹੱਥ ਪਵਿੱਤਰ ਹੋਣੇ ਚਾਹੀਦੇ, ਜ਼ੁਬਾਨ ਪਵਿੱਤਰ ਹੋਣੀ ਚਾਹੀਦੀ, ਦੇਖਣ ਵਾਲੀਆਂ ਅੱਖਾਂ ਵੀ ਪਵਿੱਤਰ ਹੋਣੀਆਂ ਚਾਹੀਦੀਆਂ। ਤੇ ਚੌਥੀ ਗੱਲ ਲਿਖੀ, ਦਾਊਦ ਕਹਿੰਦਾ ਦਾਊਦ ਨੂੰ ਤੇਰੇ ਪੈਰ ਵੀ ਪਵਿੱਤਰ ਹੋਣੇ ਚਾਹੀਦੇ। ਜਿਹੜੇ ਸੁਲੇਮਾਨ ਨੇ ਕਿਹਾ, ਸੁਲੇਮਾਨ ਨੇ ਤੇਰੇ ਪੈਰ ਉਸ ਕੰਜਰੀ ਦੇ ਘਰ ਵੱਲ ਨਾ ਜਾਣ, ਨੀਤੀਵੰਤ ਤੇ ਲਿਖਿਆ ਹਾਂਜੀ, ਉਹਨਾਂ ਨੂੰ ਥਾਮ ਤੇ ਰੋਕ, ਉਸ ਵੈਸ਼ਿਆ ਦੇ ਘਰ ਨਾ ਜਾਣ ਤੇਰੇ ਪੈਰ, ਜਿਹੜੇ ਤੈਨੂੰ ਪੁਰਸਤ ਕਰ ਦੇਵੇ। ਖੁਦਾ ਨੇ ਪੂਰੇ ਖਾਲਸ ਆਦਮੀ ਦੀ ਪ੍ਰਾਰਥਨਾ ਨੂੰ ਸੁਣ ਕੇ ਜਵਾਬ ਦੇਣਾ। ਜੇ ਕੋਈ ਖਾਲਸ ਹੋਵੇਗਾ ਤੇ ਪਾਕ ਸਾਫ ਹੋ ਕੇ ਪ੍ਰਾਰਥਨਾ ਕਰੇਗਾ ਤੇ ਬਵਾ ਰੁਕ ਜਾਏਗੀ, ਪੂਰੇ ਦੇਸ਼ ਵਿੱਚ ਰੁਕੇਗੀ। ਮੇਰੇ ਭੈਣ ਭਰਾਓ, ਜੇ ਨਹੀਂ ਰੁਕਦੀ ਇਹਦੇ 'ਚ ਕਾਰਨ ਇੱਕੋ ਹੀ ਆ ਕਿ ਹਲੇ ਕੁਛ ਸਾਡੇ ਅੰਦਰ ਹੈਗਾ। ਇਹ ਜਿਹੜੀ ਗੱਲ ਲਿਖੀ ਕਿ ਮੂਸਾ ਹੱਥ ਚੱਕੇ ਇਸਰਾਇਲ ਜਿੱਤੇਗਾ, ਮੂਸੇ ਦਾ ਹੱਥ ਥੱਲੇ ਜਾਣਗੇ ਅਮਲੇਕ ਜਿੱਤੇਗਾ। ਔਰ ਕੀ ਲਿਖਿਆ, ਪਰ ਮੂਸਾ ਦੇ ਹੱਥ ਭਾਰੀ ਹੋ ਗਏ। ਮੂਸਾ ਦੇ ਹੱਥ ਭਾਰੀ ਹੋ ਗਏ, ਥੱਕ ਗਿਆ, ਬਜ਼ੁਰਗ ਸੀ, ਥੱਕ ਗਿਆ। ਔਰ ਫਿਰ ਤਾਂ ਉਹਨਾਂ ਨੇ ਪੱਥਰ ਲੈ ਕੇ ਉਸਦੇ ਹੇਠ ਧਰ ਦਿੱਤਾ ਔਰ ਫਿਰ ਅਰ ਉਹ ਉਸ ਤੇ ਬੈਠ ਗਿਆ। ਅਰ ਹਾਰੂਨ ਅਰ ਹੂਰ ਨੇ ਇੱਕ ਪਾਸਿਓਂ ਤੇ ਦੂਜੇ ਨੇ ਦੂਜੇ ਪਾਸਿਓਂ ਉਸਦੇ ਹੱਥਾਂ ਨੂੰ ਸਾਂਭ ਛੱਡਿਆ। ਤਾਂ ਉਸਦੇ ਹੱਥ ਸੂਰਜ ਦੇ ਇਸ ਪੁੱਤਰਾ ਵਿਸ਼ਵਾਸੀ ਲੋਕ, ਜੇ ਪਾਦਰੀ ਸਾਹਿਬ ਕੋਲ ਕੁਛ ਨਾ ਹੋ ਰਿਹਾ, ਫਿਰ ਕਹਿੰਦੇ ਪਹਿਲੇ ਵਰਗੇ ਪਾਦਰੀ ਸਾਹਿਬ ਨਹੀਂ ਰਹੇ, ਪਹਿਲੇ ਵਰਗੇ ਨਹੀਂ। ਇਹ ਤੇਰੀ ਵਜ੍ਹਾ ਨਾਲ ਹੈ, ਤੇਰੀ ਸਪੋਰਟ ਨਾ ਹੋਣ ਕਰਕੇ ਪਾਦਰੀ ਕਮਜ਼ੋਰ ਹੋਇਆ। ਮੁਖਾਲਫਤ ਕਰਦੇ ਨੇ ਰੱਬ ਦੇ ਦਾਸ ਦੀ, ਇਹਦੇ ਨਾਲ ਵਿਵਾਹ ਆਏਗੀ। ਬਾਈਬਲ 'ਚ ਲਿਖਿਆ ਮੁਖਾਲਫਤ ਕੀਤੀ ਮੂਸਾ ਦੀ, ਕਿ ਇਹਨੇ ਕੁਸੇ ਔਰਤ ਨਾਲ ਸ਼ਾਦੀ ਕਰ ਲਈ। ਬਾਈਬਲ 'ਚ ਲਿਖਿਆ ਉਹਨਾਂ ਲੋਕਾਂ ਤੇ ਕੋੜ ਆ ਗਿਆ, ਬਵਾਈ ਬਵਾਈ। ਮਸੀਹ 'ਚ ਬੇਨਤੀ ਆ ਕਿ ਆਪਣੀ ਜ਼ਬਾਨ ਨੂੰ ਸ਼ੁੱਧ ਰੱਖੀਏ ਤੇ ਮੁਖਾਲਫਤ ਕਰਨੀ ਬੰਦ ਕਰੀਏ, ਨਹੀਂ ਤਾਂ ਬਾਬਾ ਜੀ ਦਾ ਮੈਂ ਪ੍ਰਚਾਰ ਕਰਾਂ ਤੇਰੇ ਘਰ ਤੇ ਆ ਠਹਿਰੇਗੀ। ਫਿਰ ਤੂੰ ਦੁਆ ਕਰਾਏਗਾ ਤੇ ਦੁਆ ਦਾ ਜਵਾਬ ਵੀ ਨਹੀਂ ਆਏਗਾ। ਬਾਈਬਲ ਕਹਿੰਦੀ ਉਹਨੇ ਮੁਖਾਲਫਤ ਕੀਤੀ। ਬਾਈਬਲ ਕਹਿੰਦੀ ਜਿਹੜੇ ਵਿਸ਼ਵਾਸੀ ਮੁਖਾਲਫਤ ਕਰਦੇ ਉਹਨਾਂ ਦੀ ਵਜ੍ਹਾ ਨਾਲ ਚਰਚ ਅੱਗੇ ਵਧਣਾ ਰੁਕ ਜਾਂਦਾ ਹੈ, ਚਰਚ ਕੰਮ ਨਹੀਂ ਹੁੰਦਾ, ਕਲੀਸਿਆ ਅੱਗੇ ਨਹੀਂ ਵਧਦੀ। ਉਹ ਸਿਰਫ ਵਿਸ਼ਵਾਸੀਆਂ ਕਰਕੇ ਹੁੰਦਾ ਹੈ। ਉਹ ਪਾਪ ਕਰਦੇ ਰਹਿੰਦੇ ਆ, ਉਹਨਾਂ ਦੀ ਵਜ੍ਹਾ ਨਾਲ ਚਰਚ ਦੀ ਆਸ਼ੀਸ਼ ਰੁਕਦੀ, ਉਹਨਾਂ ਦੀ ਆਪਣੇ ਵੀ ਰੁਕਦੀ ਆ, ਔਰ ਲੋਕ ਵੀ ਉਹਨਾਂ ਦੇ ਕਰਕੇ ਸ਼ਰਾਪਿਤ ਹੁੰਦੇ ਆ। ਇਹਦੇ ਲਿਖਿਆ। ਔਰ ਕੀ ਲਿਖਿਆ ਦਾ, ਕੀ ਲਿਖਿਆ ਗਲੈਂਡ 'ਚ, ਉਸਦੇ ਹੱਥ ਸੂਰਜ ਦੇ ਆਥਣ ਤੀਕ ਤਕੜੇ ਰਹੇ। ਉਹ ਉਹਨਾਂ ਨੇ ਜੇ ਸਪੋਰਟ ਕਰਤੀ ਤੇ ਲਿਖਿਆ ਸੂਰਜ ਡੁੱਬਣ ਤੱਕ, ਅਥਨ ਤੱਕ ਉਹਦੇ ਹੱਥਾਂ ਰਹੇ ਤੇ ਅਮਲੇਕ ਹਰ ਗਿਆ। ਇਹਦੇ ਲਿਖਿਆ। ਔਰ ਯਹੋਸ਼ੂਆ ਨੇ ਅਮਲੇਕ ਅਤੇ ਉਸਦੇ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਹਰਾ ਦਿੱਤਾ। ਇਹੋ ਜਿਹੇ ਵਿਸ਼ਵਾਸੀ ਲੋਕਾਂ ਦੀਆਂ ਚਰਚੇ ਜ਼ਰੂਰਤ ਆ। ਆਪਣੇ ਪਾਦਰੀ ਨੂੰ ਥੱਕਦੇ ਲਿਖਣਾ, ਉਹ ਕਮਜ਼ੋਰ ਹੋ ਗਿਆ, ਉਹਦੇ ਲਈ ਵਰਤ ਰੱਖਣ ਕਿ ਪ੍ਰਭੂ ਤੇਰੇ ਦਾਸ ਨੂੰ ਪਹਿਲੇ ਵਾਂਗੂ ਇਸਤੇਮਾਲ ਹੁੰਦਾ ਨਹੀਂ ਵੇਖਿਆ, ਬਲਕਿ ਉੜ ਕੇ ਚਾਹ ਪਹਿਲੋਂ ਸੀ ਹੁੰਦੇ, ਹੁਣ ਨਹੀਂ ਆ। ਇਹ ਤੇਰਾ ਪਾਪ ਆ, ਤੈਨੂੰ ਲੱਗਦਾ ਨਹੀਂ, ਇਹ ਤੇਰੀ ਜ਼ੁਬਾਨ ਦਾ ਪਾਪ ਆ, ਇਹ ਤੈਨੂੰ ਮਾਰੇਗਾ। ਚਾਹੀਦਾ ਤੇ ਕਿ ਮੁਖਾਲਫਤ ਕਰਨ ਦੀ ਜੇ ਆਪਣੇ ਪਾਸਟਰ ਦੀ ਸਪੋਰਟ ਬਣੀਏ
ਤਾਂ ਕਿ ਖੁਦਾ ਨੂੰ ਪਹਿਲੇ ਨਾਲੋਂ ਵੀ ਜ਼ਿਆਦਾ ਤੇਰੀ ਦੁਆ ਨਾਲ ਇਸਤੇਮਾਲ ਕਰੇਗਾ। ਇਹ ਤੇਰੀ ਕਮੀ ਦੀ ਵਜ੍ਹਾ ਨਾਲ ਪਾਸਟਰ ਇਸਤੇਮਾਲ ਨਹੀਂ ਹੋ ਰਿਹਾ। ਦੂਸਰੀ ਆਇਤ, ਇੱਕ ਜਗ੍ਹਾ ਔਰ ਮੁਖਾਲਫਤ ਕੀਤੀ, ਉੱਥੇ ਵੀ ਬਾਬਾ ਆਈ। ਅੱਜ ਵੀ ਬਾਬਾ ਸ਼ਾਇਦ ਇਸੇ ਕਰਕੇ ਆ ਰਹੀ ਹੈ ਕਈ ਲੋਕਾਂ ਉੱਤੇ ਕਿ ਉਹ ਮੁਖਾਲਫਤ ਕਰਦੇ ਨੇ। ਗਿਣਤੀ ਦੀ ਪੁਸਤਕ, ਗਿਣਤੀ ਉਹਦਾ 16 ਅਧਿਆਇ, ਉਹਦੀ 41 ਹੈ। ਇੱਥੇ ਇੱਕ ਬਹੁਤ ਅੱਛੀ ਲਾਈਨ ਲਿਖੀ ਹੈ। ਗਿਣਤੀ ਦੀ ਪੁਸਤਕ ਉਹਦਾ 16 ਚੈਪਟਰ, ਉਹਦੀ 41 ਹੈ। ਦੇਖੇ ਇੱਥੇ ਕੀ ਹੋਇਆ। ਅਗਲੇ ਦਿਨ ਇਸਰਾਏਲੀਆਂ ਦੀ ਸਾਰੀ ਮੰਡਲੀ, ਅਗਲੇ ਦਿਨ ਇਸਰਾਏਲੀਆਂ ਦੀ ਸਾਰੀ ਮੰਡਲੀ ਇਹ ਆਖ ਕੇ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਜਿਨ੍ਹਾਂ ਨੇ ਬੁੜਬੁੜਾਉਣ ਲੱਗੀ, ਦੁਆਵਾਂ ਕਰਨੀਆਂ ਕਲੀਸਿਆ ਔਰ ਦੇ ਖਿਲਾਫ ਬੋਲਦੀ ਹੈ। ਲਾਂਤੀ ਵਿਸ਼ਵਾਸੀ ਹੈ। ਇਹ ਕੀ ਪਰਮੇਸ਼ਰ ਕੋ ਪ੍ਰਾਪਤ ਕਰੇਗਾ? ਜਿਹੜਾ ਰੱਬ ਦੇ ਦਾਸ ਦੇ ਖਿਲਾਫ ਬੋਲਦਾ। ਇਹ ਕੀ ਇਕੱਠਾ ਕਰੇਗਾ? ਆਪਣੇ ਪਰਿਵਾਰ ਲਈ ਸ਼ਰਾਬ ਇਕੱਠਾ ਕਰੇਗਾ। ਇਹਦੇ ਲਿਖਿਆ। ਔਰ ਕੀ ਲਿਖਿਆ? ਤਾਂ ਯਹੋਵਾ ਦੀ ਪ੍ਰਜਾ ਨੂੰ, ਤੁਸਾਂ ਯਹੋਵਾ ਦੀ ਪ੍ਰਜਾ ਨੂੰ ਮਾਰ ਸੁੱਟਿਆ। ਔਰ ਇਹ ਕੀ ਕਹਿ ਰਹੇ ਨੇ? ਮੂਸਾ ਉਹਨਾਂ ਨੂੰ ਕਹਿ ਰਹੇ ਤੁਸੀਂ ਮਾਰਿਆ ਆ ਸਾਰੀ ਪ੍ਰਜਾ ਨੂੰ। ਔਰ ਫਿਰ ਇਉਂ ਹੋਇਆ ਫਿਰ ਇਹ ਹੋਇਆ ਕਿ ਜਦ ਮੰਡਲੀ ਮੂਸਾ ਦੇ ਵਿਰੁੱਧ ਅਤੇ ਹਾਰੂਨ ਦੇ ਵਿਰੁੱਧ ਇਕੱਠੀ ਹੋਈ, ਹਾਂ, ਤਾਂ ਉਹਨਾਂ ਨੇ ਮੰਡਲੀ ਦੇ ਤੰਬੂ ਵੱਲ ਨਿਗਾਹ ਮਾਰੀ ਅਤੇ ਵੇਖੋ ਬੱਦਲ ਨੇ ਉਸ ਨੂੰ ਢੱਕ ਲਿਆ ਅਤੇ ਯਹੋਵਾ ਦਾ ਪ੍ਰਤਾਪ ਪ੍ਰਗਟ ਹੋਇਆ। ਪਰਮੇਸ਼ਰ ਦੀ ਮਹਿਮਾ ਉਸ ਬੱਦਲ 'ਚ ਪ੍ਰਗਟ ਹੋਈ ਤੰਬੂ ਉੱਤੇ। ਤਾਂ ਮੂਸਾ ਅਤੇ ਹਾਰੂਨ ਮੰਡਲੀ ਦੇ ਤੰਬੂ ਅੱਗੇ ਆਏ। ਔਰ ਫਿਰ ਯਹੋਵਾ ਮੂਸਾ ਨੂੰ ਬੋਲਿਆ, ਇਸ ਮੰਡਲੀ ਵਿੱਚੋਂ ਨਿਕਲ ਜਾਓ, ਤਾਂ ਜੋ ਮੈਂ ਇਹਨਾਂ ਨੂੰ ਇੱਕ ਅੱਖ ਦੇ ਫੋਰ ਵਿੱਚ ਪੱਖ ਲਵਾਂ। ਇਹ ਲੋਕ ਜਿਹੜੇ ਖੁਦਾ ਦੇ ਦਾਸਾਂ ਦੇ ਖਿਲਾਫ ਬੋਲਦੇ ਹਨ, ਇਹਨਾਂ ਨੂੰ ਖੁਦਾ ਉਡਾ ਕੇ ਰੱਖ ਦੇਗਾ। ਨਾ ਸ਼ੈਤਾਨ ਨੇ ਡਾਣਾ, ਨਾ ਕਿਸੇ ਚੀਜ਼ ਨੂੰ ਹੋਣੇ ਖਤਮ ਕਰਨੂੰ, ਪਰਮੇਸ਼ਰ ਵੱਲੋਂ ਹੀ ਇਹਨਾਂ ਨੂੰ ਉੱਡ ਜਾਣਾ। ਕਹਿੰਦੇ ਮੈਂ ਸ਼ੈਤਾਨ ਨੇ ਬਿਮਾਰੀ ਭੇਜੀ ਨਹੀਂ। ਬਾਈਬਲ ਕੀ ਕਹਿੰਦੀ? ਪਰਮੇਸ਼ਰ ਦਾ ਪ੍ਰਕੋਪ ਇਹਨਾਂ ਤੇ ਜਿਹੜੇ ਮੁਖਾਲਫਤ ਕਰਦੇ ਹਨ ਰੱਬ ਦੇ ਦਾਸਾਂ ਦੀ। ਔਰ ਕੀ ਲਿਖਿਆ ਪੜ੍ਹੀਏ? ਤਦ ਉਹ ਮੂੰਹ ਦੇ ਭਾਰ ਡਿੱਗੇ ਉਹ ਮੂੰਹ ਦੇ ਭਾਰ ਡਿੱਗੇ ਅਤੇ ਮੂਸਾ ਅਤੇ ਹਾਰੂਨ ਨੂੰ ਆਖਿਆ, ਹਾਂ, ਆਪਣਾ ਧੂਪਦਾਨ ਲੈ ਕੇ ਉਸ ਉੱਤੇ ਜਗਵੇਦੀ ਦੀ ਅੱਗ ਪਾ ਅਤੇ ਧੂਪ ਪਾ ਕੇ ਛੇਤੀ ਨਾਲ ਮੰਡਲੀ ਕੋਲ ਲੈ ਜਾ। ਉਹਨਾਂ ਲਈ ਪ੍ਰਾਸ਼ਚਿਤ ਕਰ, ਕਿਉਂ ਜੋ ਯਹੋਵਾ ਵੱਲੋਂ ਕ੍ਰੋਧ ਨਿਕਲਿਆ ਹੈ ਅਤੇ ਬਵਾ ਤੁਰ ਪਈ ਹੈ। ਜੇ ਖੁਦਾ ਵੱਲੋਂ ਹੀ ਤੇਰੇ ਤੇ ਸਜ਼ਾ ਆਏਗੀ ਤੇ ਬਾਈਬਲ 'ਚ ਲਿਖਿਆ ਦੁਆ ਕੌਣ ਕਰੇਗਾ? ਇਦਾਂ ਸੈਮੂਅਲ ਦੀ ਪੁਸਤਕ ਲਿਖਿਆ, ਇਹਦਾ ਲਿਖਿਆ ਹੈ ਆਦਮੀ ਦਾ ਪਾਪ ਕਰੇ ਸ਼ਾਇਦ ਮਾਫ ਹੋ ਸਕਦਾ, ਮਾਫੀ ਮਿਲ ਜਾਏਗੀ। ਜੇ ਸੈਮੂਅਲ ਲਿਖਿਆ ਜੇ ਕੋਈ ਖੁਦਾ ਦਾ ਪਾਪ ਕਰੇ ਤੇ ਫਿਰ ਕੌਣ ਸਿਫਾਰਿਸ਼ ਕਰੇਗਾ? ਇਹਦੇ ਲਿਖਿਆ ਹੈ। ਮੇਰੇ ਭੈਣ ਭਰਾਓ, ਪਾਪ ਦੀ ਮਜ਼ਦੂਰੀ ਮੌਤ ਆ, ਮੌਤ। ਤਦੀ ਉਸ ਰੋਗੀ ਨੂੰ ਨੇ ਕਿਹਾ, ਐ ਪੁੱਤਰ ਤੇਰੇ ਪਾਪ ਕੀ ਹੋਏ? ਮਾਫ ਹੋਏ। ਆਪਣੀ ਮੰਜੀ ਚੁੱਕ ਤੇ ਤੁਰ ਪੈ। ਬਾਬਾ ਇਸ ਕਰਕੇ ਵੀ ਹੈ ਬਾਈਬਲ ਤੇ ਜਿਲੇ ਅਸੀਂ ਪੜ੍ਹਦੇ ਹਾਂ, ਸ਼ਾਇਦ ਹੋਸ਼ਿਆ ਦੀ ਪੁਸਤਕ 'ਚ ਬਹੁਤ ਅੱਛੀ ਇੱਕ ਲਾਈਨ ਲਿਖੀ ਆ। ਜੇ ਮੈਨੂੰ ਮਿਲ ਜੇ ਤੇ ਮੈਂ ਤੁਹਾਨੂੰ ਟੱਚ ਕਰਾਉਣਾ ਚਾਹੁੰਦਾ। ਕਿਉਂ ਆ? ਦੇਖੇ ਕੀ ਲਿਖਿਆ। 4 ਅਧਿਆਇ ਹੋਸ਼ਿਆ, ਉਹਦੀ ਪਹਿਲੀ ਆਇਤ ਪੜ੍ਹ ਕੇ ਲਿਖਿਆ, ਹੇ ਇਸਰਾਏਲੀਓ, हे ਵਿਸ਼ਵਾਸੀ ਲੋਕੋ, ਯਹੋਵਾ ਦੀ ਬਾਣੀ ਸੁਣੋ, ਪਰਮੇਸ਼ਰ ਦਾ ਵਚਨ ਸੁਣੋ। ਇਸ ਦੇਸ਼ ਦੇ ਵਾਸੀਆਂ ਨਾਲ, ਇਸ ਦੇਸ਼ ਦੇ ਵਾਸੀਆਂ ਨਾਲ ਤਾਂ ਯਹੋਵਾ ਦਾ ਝਗੜਾ ਹੈ। ਤੇਰੇ ਡੇਰੇ ਨਾਲ ਕਦੀ ਕੋਈ ਬਵਾ ਆਵੇਗੀ? ਤੇਰਾ ਤਾਂ ਝਗੜਾ ਚੱਲ ਰਿਹਾ ਤੇਰੇ ਖੁਦਾ ਨਾਲ, ਤੇਰੇ ਪਾਪ ਦੀ ਵਜ੍ਹਾ ਨਾਲ ਝਗੜਾ ਹੈ। ਇਸੇ ਕਰਕੇ ਉਹਨੇ ਆਪਣਾ ਮੂੰਹ ਛੁਪਾਤਾ। ਇਹ ਦੇਸ਼ ਦੇ ਵਾਸੀਓ, ਇਸਰਾਏਲੀਓ, ਤੌਬਾ ਕੀਤੇ ਲੋਕੋ, ਬਸਮਾ ਪਾਏ ਲੋਕੋ, ਪਵਿੱਤਰਾ ਦਾ ਪਾਏ ਲੋਕੋ, ਖੁਦਾ ਤੁਹਾਡੇ ਨਾਲ ਗੱਲ ਕਰ ਰਿਹਾ। ਤੁਹਾਡੇ ਨਾਲ ਝਗੜਾ ਪਰਮੇਸ਼ਰ ਦਾ। ਕਿਸ ਗੱਲ ਦਾ? ਕਿਉਂ ਜੋ ਦੇਸ਼ ਵਿੱਚ ਨਾ ਵਫਾਦਾਰੀ, ਨਾ ਦੇਸ਼ ਵਿੱਚ ਵਫਾਦਾਰੀ, ਨਾ ਦਇਆ, ਨਾ ਪਰਮੇਸ਼ਵਰ ਦਾ ਗਿਆਨ ਹੈ। ਨਾ ਪਰਮੇਸ਼ਰ ਦਾ ਗਿਆਨ ਹੈ ਦੇਸ਼ ਵਿੱਚ। ਗਾਲੀਆਂ, ਝੂਠ, ਖੂਨ ਖਰਾਬਾ, ਚੋਰੀ ਜਨਾਹ ਹੁੰਦੇ ਹਨ। ਉਹ ਫੁੱਟ ਨਿਕਲਦੇ ਹਨ ਅਤੇ ਖੂਨ ਤੇ ਖੂਨ ਹੁੰਦੇ ਹਨ। ਖੂਨ ਤੇ ਖੂਨ ਹੋ ਰਹੇ ਨੇ। ਇਸ ਲਈ ਦੇਸ਼ ਸੋਗ ਕਰੇਗਾ। ਸਾਡਾ ਦੇਸ਼ ਨਹੀਂ ਬਲਕਿ ਪੂਰੀ ਦੁਨੀਆ ਸੋਗ ਕਰਦੀ ਪਈ ਬਿਮਾਰੀ ਦੀ ਵਜ੍ਹਾ ਨਾਲ, ਕਿਉਂਕਿ ਖੁਦਾ ਨਾਲ ਲੜਾਈ ਲੈ ਰਹੇ ਨੇ। ਉਹਦੀ ਮੁਖਾਲਫਤ ਕਰਨ ਲੋਕਾਂ ਨੂੰ ਮੈਂ ਕਹਿ ਰਿਹਾ, ਬਾਈਬਲ ਇਦਾਂ ਹੀ ਕਹਿੰਦੀ ਹੈ, ਇਹਦੀ ਕਹਿੰਦੀ। ਔਰ ਕੀ ਲਿਖਿਆ? ਇਸ ਲਈ ਦੇਸ਼ ਸੋਗ ਕਰੇਗਾ ਔਰ ਅਤੇ ਉਹਦੇ ਸਾਰੇ ਵਾਸੀ ਲਿੱਸੇ ਪੈ ਜਾਣਗੇ। ਪੂਰੀ ਦੁਨੀਆ 'ਚ ਲੋਕ ਲਿੱਸੇ ਪੈ ਗਏ ਬਿਮਾਰੀ ਦੀ ਵਜ੍ਹਾ ਨਾਲ। ਸਭ ਲੋਕ ਲਿੱਸੇ, ਕਮਜ਼ੋਰ, ਡਰਦੇ ਨੇ ਲੋਕ। ਆਪਣਿਆਂ ਨੂੰ ਮਿਲਣ ਤੋਂ ਵੀ ਸਾਨੂੰ ਡਰ ਲੱਗਦਾ। ਆਪਣਿਆਂ ਨੂੰ ਵੀ ਅਸੀਂ ਮਿਲਣ ਤੋਂ ਭੱਜਦੇ ਹਾਂ, ਕਿਤੇ ਕੋਈ ਮੁਸ਼ਕਲ ਨਾ ਆ ਜਾਏ।
ਇਹੋ ਜਿਹੀ ਮੁਸ਼ਕਲ ਦੇਸ਼ ਵਿੱਚ, ਪਰ ਕੌਣ ਹਟਾ ਸਕੇਗਾ ਇਹਨੂੰ? ਸੰਤ ਆਪਣੇ ਆਪ ਨੂੰ ਪਵਿੱਤਰ ਕਰਨਗੇ, ਪਵਿੱਤਰ ਹੱਥ ਚੱਕਣਗੇ, ਅਸਮਾਨ ਤੋਂ ਖੁਦਾ ਆਪਣੀ ਅਗਨੀ ਭੇਜੇਗਾ, ਸਭ ਕੁਝ ਫਿਨਿਸ਼ ਹੋ ਜਾਏਗੀ ਉਹਦੀ ਅੱਗ ਦੇ ਦੁਆਰਾ, ਖਤਮ ਹੋ ਜਾਏਗਾ। ਔਰ ਕੀ ਲਿਖਿਆ? ਨਾਲੇ ਜੰਗਲੀ ਦਰਿੰਦੇ ਅਤੇ ਆਕਾਸ਼ ਦੇ ਪੰਛੀ, ਹਾਂ ਸਮੁੰਦਰ ਦੀਆਂ ਮੱਛੀਆਂ ਵੀ ਮੁੱਕਣਗੀਆਂ, ਪਰ ਕੋਈ ਨਾ ਝਗੜੇ, ਕੋਈ ਨਾ ਝਿੜਕੇ। ਤੇਰੇ ਲੋਕ ਉਹਨਾਂ ਵਰਗੇ ਹਨ ਜੋ ਜਾਜਕ ਨਾਲ ਝਗੜਦੇ ਹਨ। ਇਹ ਆ ਪਾਦਰੀ ਲੋਕਾਂ ਨਾਲ ਵੀ ਲੋਕ ਝਗੜਦੇ ਹਨ, ਪਾਸਟਰ ਨਾਲ ਝਗੜਦੇ ਹਨ। ਇਹ ਪਰਿਵਾਰ, ਇਹ ਵਿਸ਼ਵਾਸੀ ਕਿੱਦਾਂ ਉન્નਤ ਹੋਵੇਗਾ? ਲਿਖਿਆ ਮੂਸਾ ਤੇ ਹरून ਦੇ ਖਿਲਾਫ ਬੋਲਿਆ, ਬਵਾਈ ਸ਼ਾਇਦ ਤੇਰੇ ਘਰ ਤੇ ਬਵਾ ਨਹੀਂ ਆਏਗੀ, ਤੇਰੇ ਪਾਪ ਦੀ ਵਜ੍ਹਾ ਹੋ ਸਕਦੀ ਹੈ। ਤੇਰੇ ਰੋਟੀ ਪਾਣੀ ਤੇ ਆਸ਼ੀਸ਼ ਇਸ ਕਰਕੇ ਨਹੀਂ, ਤੇਰੇ ਪਾਪ ਦੀ ਵਜ੍ਹਾ ਹੋ ਸਕਦਾ ਹੈ। ਮਸੀਹ ਵਿੱਚ ਮੇਰੀ ਬੇਨਤੀ ਆ, ਅੱਜ ਹੀ ਅਗਰ ਮੇਰਾ ਵਚਨ ਸੁਣਦੇ ਪਏ, ਪ੍ਰਭੂ ਯਿਸੂ ਮਸੀਹ ਨੇ ਜੋ ਮੇਰੇ ਅੰਦਰ ਪਾਇਆ, ਮੈਂ ਆਪਣੀ ਅਕਲ ਦੇ ਨਾਲ ਪ੍ਰੀਚ ਨਹੀਂ ਕਰ ਰਿਹਾ, ਮੈਂ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਪ੍ਰਚਾਰ ਕਰ ਰਿਹਾ। ਅੱਜ ਹੀ ਪਛਤਾਪ ਕਰੀਏ ਕਿ ਪ੍ਰਭੂ ਅਸੀਂ ਬਗਾਵਤ ਕੀਤੀ, ਅਸੀਂ ਮੁਖਾਲਫਤ ਕੀਤੀ ਤੇਰੇ ਦਾਸ ਦੀ, ਔਰ ਤੇਰੀਆਂ ਵਿਧੀਆਂ ਤੇ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ। ਮੈਂ ਵਿਸ਼ਵਾਸੀਆਂ ਨੂੰ ਕਹਿ ਰਿਹਾ, ਕਿ ਰੱਬ ਦੇ ਦਾਸਾਂ ਨੂੰ ਕਹਿ ਰਿਹਾ, ਪਰਮੇਸ਼ਰ ਦੇ ਸਾਹਮਣੇ ਗੁੱਟੇ ਤੇ ਆ ਕੇ ਹੱਥ ਚੱਕੇ। ਜੇ ਰਾਜਾ ਸੁਲੇਮਾਨ ਗੁੱਟਿਆਂ ਤੇ ਆ ਸਕਦਾ, ਮੈਂ ਤਾਂ ਕੁਛ ਵੀ ਨਹੀਂ, ਤੁਸੀਂ ਕੀ ਹੈ? ਰਾਜਾ ਦਾਊਦ ਗੁੱਟਿਆਂ ਤੇ ਆ ਸਕਦਾ, ਹਿਜਕਿਯਾਹ ਆ ਸਕਦਾ ਗੁੱਟਿਆਂ ਤੇ, ਰਾਜੇ ਗੁੱਟਿਆਂ ਤੇ ਆ ਗਏ, ਅਸੀਂ ਕੁਛ ਵੀ ਨਹੀਂ। ਅਸੀਂ ਗੁੱਟਿਆਂ ਤੇ ਕਿਉਂ ਨਹੀਂ ਪ੍ਰਾਰਥਨਾ ਕਰ ਸਕਦੇ? ਅਸੀਂ ਕਿਉਂ ਨਹੀਂ ਹੱਥ ਚੱਕ ਕੇ ਕਹਾਂਗੇ, ਪ੍ਰਭੂ ਮੇਰੀ ਵਜ੍ਹਾ ਨਾਲ, ਮੇਰੇ ਪਾਪਾਂ ਦੀ ਵਜ੍ਹਾ ਨਾਲ ਮੇਰੇ ਦੇਸ਼ ਉੱਤੇ ਸ਼ਾਇਦ ਇਹ ਸਿਸਟਮ ਆ। ਜੇ ਮੈਂ ਇੰਨਾ ਅੱਛਾ ਹੋਵਾਂ ਤੇ ਤੇਰਾ ਕਲਾਮ ਕਹਿੰਦਾ, ਜੇ ਪਵਿੱਤਰ ਹੱਥ ਚੱਕ ਕੇ ਕੋਈ ਦੁਆ ਕਰ। ਮੂਸਾ ਪਵਿੱਤਰਤਾ ਦਾ ਜੀਵਨ ਜੀ ਰਿਹਾ ਸੀ, ਉਹਦੀਆਂ ਦੁਆਵਾਂ ਨਾਲ ਨਿਰਗਮਨ 'ਚ ਕਈ ਬਾਬਾ ਹਟ ਗਈਆਂ। ਕਿਆ ਮੇਰੀ ਪ੍ਰਾਰਥਨਾ ਨਾਲ ਬਾਬਾ ਨਹੀਂ ਹਟੇਗੀ? ਤੇ ਖੁਦਾ ਉੱਤਰ ਹੋਵੇਗਾ, ਮੇਰੇ ਪੁੱਤਰ ਹਟ ਜਾਏਗੀ ਜੇ ਤੂੰ ਆਪਣੇ ਆਪ ਨੂੰ ਪਵਿੱਤਰ ਕਰੇਗਾ। ਤੇ ਪਵਿੱਤਰ ਜਨ ਹੋਵੇ, ਕੋਈ ਰਾਸਤਬਾਜ਼ ਹੋਵੇ, ਇਹਦੇ ਲਿਖਿਆ ਯੋਹਨਾ ਦੇ ਸੁਸਮਾਚਾਰ 'ਚ, ਤੇ ਉਹਦੀ ਦੁਆ ਸੁਣੀ ਜਾਏਗੀ। ਇਸ ਕਰਕੇ ਆਓ ਅੱਖਾਂ ਬੰਦ ਕਰਕੇ, ਜਿਹੜੇ ਮੈਨੂੰ ਲਾਈਵ ਸੁਣਦੇ ਹਨ, ਮੇਰੀ ਮਸੀਹ ਵਿੱਚ ਬੇਨਤੀ ਆ, ਪ੍ਰਭੂ ਦੇ ਵਿੱਚ ਪ੍ਰਾਚੀ ਦੇ ਨਾਲ ਜੀਏ, ਤਾਂ ਕਿ ਤੇਰੇ ਘਰ ਤੇ ਕੋਈ ਬਵਾ ਨਾ ਆਵੇ, ਤਾਂ ਕਿ ਤੂੰ ਸੁੱਖ ਤੇ ਚੈਨ ਦੇ ਨਾਲ ਜੀ ਸਕੇ। ਬਾਈਬਲ ਦਾ ਫੈਸਲਾ ਆ, ਗੋਸ਼ਨ ਦੀ ਧਰਤੀ ਵਿੱਚ ਕੋਈ ਬਵਾ ਨਹੀਂ ਹੈ ਇਸਰਾਏਲੀਆਂ ਤੇ, ਮਿਸਰ ਦੇ ਵਿੱਚ ਬਵਾ ਹੀ ਹੋਈ ਹੈ। ਭਾਵੇਂ ਕਿਤਨੀ ਵੀ ਦੁਨੀਆ 'ਚ ਬਵਾ ਆਏ, ਮੇਰੇ ਭੈਣ ਭਰਾ, ਰੋਜ਼ ਆਪਣੇ ਆਪ ਨੂੰ ਯਿਸੂ ਦੇ ਲਹੂ 'ਚ ਟਕੀਏ। ਪ੍ਰਭੂ ਮੈਂ ਤੇਰੇ ਲਹੂ 'ਚ ਮਹਿਫੂਜ਼ ਰਹਿ ਸਕਦਾ, ਔਰ ਮੈਂ ਕਿਸੇ ਰੀਤੀ ਨਾਲ ਮਹਿਫੂਜ਼ ਨਹੀਂ ਰਹਿ ਸਕਦਾ। ਪਰਮੇਸ਼ਰ ਤੁਹਾਨੂੰ ਅੱਜ ਦੇ ਵਚਨ ਤੋਂ ਪੜ੍ਹੇ ਤੇ ਸੁਣੇ ਜਾਣ ਤੇ ਆਸ਼ੀਸ਼ ਦੇਵੇ। ਜੈ ਮਸੀਹ ਕੀ। ਮੈਂ ਤੁਹਾਡੀ ਦੁਆ ਕਰਦਾ ਕਿ ਜੇ ਕੋਈ ਤੁਹਾਡੇ ਪਰਿਵਾਰ 'ਚ ਬਿਮਾਰ ਆ, ਕੋਈ ਦੁਸ਼ਟ ਆਤਮਾ ਨਾਲ ਗ੍ਰਸਤ ਆ, ਮੈਂ ਇਹਦਾ ਈਮਾਨ ਨਾਲ, ਮੈਨੂੰ ਪਤਾ ਬਾਈਬਲ ਕਹਿੰਦੀ ਆ, ਇੱਥੋਂ ਹੀ ਕਹਿ ਦੇ ਮੇਰਾ ਨੌਕਰ ਚੰਗਾ ਹੋ ਜਾਏਗਾ। ਇੱਥੋਂ ਹੀ ਕਹਿ ਦੇ, ਯਰਮੀਆ 23 'ਚ ਲਿਖਿਆ ਕਿ ਮੈਂ ਦੂਰ ਤੇਰੇ ਦਾ ਪਰਮੇਸ਼ਰ ਨਹੀਂ। ਆਏ ਖੁਦਾ, ਮੈਂ ਤੇਰਾ ਦਾਸ ਹੋਣ ਦੇ ਨਾਤੇ ਬੇਨਤੀ ਕਰਦਾ, ਜਿੰਨੇ ਲੋਕ ਮੈਨੂੰ ਸੁਣਦੇ ਆ, ਉਹਨਾਂ ਦੇ ਘਰਾਂ 'ਚ ਕੋਈ ਬਵਾ ਨਾ ਰਹੇ, ਕੋਈ ਮੁਸ਼ਕਲ ਨਾ ਰਹੇ। ਹਰੇਕ ਦੁਸ਼ਟਾਤਮਾ, ਹਰੇਕ ਬਿਮਾਰੀ ਨੂੰ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਝਿੜਕਦਾ ਹਾਂ। ਹਰੇਕ ਬਵਾ ਨੂੰ ਖੁਦਾ ਤੇਰੇ ਲੋਕਾਂ ਤੋਂ ਦੂਰ ਹੋ ਜਾ ਯਿਸੂ ਮਸੀਹ ਨਾਮ ਵਿੱਚ। ਦੁਸ਼ਟਾਤਮਾ ਚਲਾ ਕੇ ਨਿਕਲ ਜਾਣਾ ਫੈਮਲੀਆਂ ਵਿੱਚੋਂ ਦੀ, ਤੇ ਕਾਮਲ ਸ਼ਿਫਾ ਮਿਲ ਜਾਏ। ਪ੍ਰਭੂ ਯਿਸੂ ਮਸੀਹ ਜਿੰਨੇ ਲਾਈਵ ਸੁਣ, ਪ੍ਰਭੂ ਨਾਲ 'ਚ ਕੋਈ ਰੋਗੀ ਨਾ ਰਹੇ। ਯਰਮੀਆ ਦਾ ਖਤ ਪੂਰਾ ਹੋ ਜਾਏ ਕਿ ਮੈਂ ਤੇਰਾ ਦੂਰ ਤੇ ਨੇੜੇ ਦਾ ਖੁਦਾ ਹਾਂ। ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ, ਆਮੀਨ, ਆਮੀਨ।